ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਸਾਰਿਆਂ ਦਾ ਮਸੀਹ ਯੀਸ਼ੂ ਦੀ ਪਵਿੱਤਰ ਹਜ਼ੂਰੀ ਵਿੱਚ ਅਸੀਂ ਸਵਾਗਤ ਕਰਦੇ ਹਾਂ। ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਪੁਕਾਰਦੇ ਹਾਂ, ਜਿਹੜੇ ਪ੍ਰਤੀ ਦਿਨ ਸਾਡਾ ਬੋਝ ਉਠਾਉਂਦੇ ਆ ਔਰ ਆਪਣੀ ਕਰੁਣਾ ਸਾਡੇ ਤੇ ਪ੍ਰਤੀ ਦਿਨ ਵਹਾਉਂਦੇ। ਉਹਨਾਂ ਦੀ ਕਰੁਣਾ, ਉਹਨਾਂ ਦੀ ਦਇਆ ਨੂੰ ਦਾ ਅਨੁਗ੍ਰਹਿ ਜਿਹੜਾ ਇਸ ਟਾਈਮ ਤੇ ਅਸੀਂ ਜੀਵਿਤ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠੇ ਹਾਂ। ਪ੍ਰਾਰਥਨਾ ਕਰਦੇ ਹਾਂ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੈ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ। ਪਿਤਾ ਪਰਮੇਸ਼ਵਰ, ਤੁਹਾਡੀ ਹਜ਼ੂਰੀ ਵਿੱਚ ਆਏ ਹਾਂ। ਲਾਰਡ ਜੀਸਸ ਓ ਗॉड, ਤੁਸੀਂ ਯਹੋਵਾ ਜਾਇਰਾ ਹੋ। ਤੁਸੀਂ ਹਰ ਚੀਜ਼, ਸਾਡੀ ਹਰ ਤਮੰਨਾ, ਹਰ ਇੱਛਾ, ਹਰ ਨੀਡ ਨੂੰ ਪੂਰਾ ਕਰਨ ਵਾਲੇ ਪਰਮੇਸ਼ਵਰ ਤੁਸੀਂ ਹੋ, ਕਿਉਂਕਿ ਤੁਸੀਂ ਹੀ ਸਾਡੇ ਚਰਵਾਹਾ ਹੋ। ਇਸ ਲਈ ਸਾਨੂੰ ਕਿਸੇ ਚੀਜ਼ ਦੀ ਘਟੀ ਨਹੀਂ ਹੋਏਗੀ। ਇਸ ਪਲ ਤੱਕ ਤੁਸੀਂ ਸੰਭਾਲਿਆ, ਹਰ ਜ਼ਰੂਰਤ ਨੂੰ ਪੂਰਾ ਕੀਤਾ, ਹਰ ਬਿਮਾਰੀ, ਹਰ ਵਬਾ ਤੋਂ ਤੁਸੀਂ ਬਚਾ ਕੇ ਰੱਖਿਆ। ਤੁਹਾਡੇ ਵਚਨ ਨੇ ਸਾਡੀ ਰੱਖਿਆ ਕੀਤੀ। ਤੁਸੀਂ ਸਾਡੇ ਢਾਲ ਬਣੇ ਹੋ। ਤੁਹਾਡਾ ਧੰਨਵਾਦ ਕਰਦੇ, ਕਿਉਂਕਿ ਤੁਸੀਂ ਵਫਾਦਾਰ ਪਰਮੇਸ਼ਵਰ ਹੋ। ਤੁਸੀਂ ਨਾ ਸਾਨੂੰ ਛੱਡਿਆ, ਨਾ ਸਾਨੂੰ ਤਿਆਗਿਆ, ਸਭ ਚੀਜ਼ਾਂ ਦੇ ਲਈ हे पिता परमेश्वर, ਤੁਹਾਡਾ ਧੰਨਵਾਦ ਕਰਦੇ ਹਾਂ। ਸਾਨੂੰ ਅਨੰਤ ਮੌਤ ਤੋਂ ਅਨੰਤ ਜੀਵਨ 'ਚ ਲੈ ਕੇ ਆਏ ਹੋ। ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾਵੰਦ। ਮਨ ਦੀ ਇੱਛਾ ਖੁਦਾਵੰਦ ਤੁਹਾਨੂੰ ਆਨੰਦਿਤ ਕਰ ਸਕੀਏ। ਜੋ ਧੰਨਵਾਦੀਆਂ ਭੇਟਾਂ ਅਸੀਂ ਲੈ ਕੇ ਆਏ ਹਾਂ, ਸਾਡੀਆਂ ਤੁਹਾਡੇ ਹਜ਼ੂਰ 'ਚ ਕਬੂਲ ਹੋਣ। ਪਿਤਾ ਪਰਮੇਸ਼ਵਰ, ਆਪਣੇ ਵਚਨ ਨਾਲ ਖੁਦਾਵੰਦ ਸਾਡੀ ਸਫਾਈ ਕਰੋ, ਸਾਡੇ ਦਿਲਾਂ ਨੂੰ ਸ਼ੁੱਧ ਕਰੋ, ਤਾਂ ਕਿ ਅਸੀਂ ਸ਼ੁੱਧ ਮਨ ਔਰ ਪਵਿੱਤਰ ਹੱਥ ਉਠਾ ਕੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ, ਰੂਹ ਔਰ ਸੱਚਾਈ ਨਾਲ ਤੁਹਾਡੀ ਉਹ ਆਰਾਧਨਾ ਕਰ ਸਕੀਏ ਜਿਸ ਆਰਾਧਨਾ ਦੇ ਯੋग्य ਤੁਸੀਂ ਹੋ। ਔਰ ਜੈਸੇ ਤੁਸੀਂ ਆਰਾਧਕ ਢੂੰਡ ਰਹੇ ਹੋ ਖੁਦਾਵੰਦ, ਕਿਉਂਕਿ ਤੁਸੀਂ ਐਸੇ ਆਰਾਧਕਾਂ ਨੂੰ ਲੱਭ ਰਹੇ ਹੋ ਜਿਹੜੇ ਰੂਹ ਔਰ ਸੱਚਾਈ ਦੇ ਨਾਲ ਆਰਾਧਨਾ ਕਰਨ। ਫਾਦਰ, ਸਾਡੀ ਇੱਛਾ ਹੈ ਤੁਹਾਡੇ ਕੋਲ ਆਇਆ, ਸਾਡੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰੋ, ਸਾਡੀਆਂ ਜ਼ਿੰਦਗੀਆਂ ਨੂੰ ਬਦਲੋ, ਤਾਂ ਕਿ ਅਸੀਂ ਉਹ ਆਰਾਧਕ ਬਣ ਸਕੀਏ ਜਿਹੜੇ ਤੁਹਾਡੇ ਮਨ ਨੂੰ ਪਾਣ। ਥੈਂਕ ਯੂ ਫਾਦਰ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ। ਸਾਡੀਆਂ ਨਜ਼ਰਾਂ ਹਮੇਸ਼ਾ ਹਮੇਸ਼ਾ ਪ੍ਰਭੂ ਯੀਸ਼ੂ ਮਸੀਹ ਜੀ, ਤੁਸੀਂ ਹੀ ਜੀਵਨ ਦੀ ਰੋਟੀ ਹੋ। ਹਮੇਸ਼ਾ ਸਾਡੀ ਨਜ਼ਰ ਤੁਹਾਡੇ ਤੇ ਟਿਕੀ ਰਹੇ ਖੁਦਾਵੰਦ। ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ, ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ। ਆਪਾਂ ਵਚਨ 'ਚ ਦੇਖਾਂਗੇ ਮਾਰਕ 6:38। ਸਾਰੇ ਜਣੇ ਜਾਣਦੇ ਆ ਕਿ 4000 ਲੋਕਾਂ ਨੂੰ ਔਰ 5000 ਲੋਕਾਂ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਨੇ ਕਿੰਨੀ ਥੋੜੀ ਚੀਜ਼ਾਂ ਨਾਲ ਰਜਾਇਆ। ਪਹਿਲਾਂ ਆਪਾਂ ਦੇਖਾਂਗੇ ਮਾਰਕ 6:38 ਹੈ। उसने उनसे कहा, जाकर देखो तुम्हारे पास कितनी रोटियां हैं। ਇਹ 5000 ਪੁਰਸ਼ਾਂ ਦਾ ਪਹਿਲਾ ਸੀਗਾ ਕਿੱਸਾ, ਤੇ ਉਹ ਵਾਲਾ ਅਸੀਂ ਦੇਖ ਰਹੇ ਹਾਂ ਪਰਮੇਸ਼ਵਰ ਸਾਨੂੰ ਕੀ ਸਿਖਾਣਾ ਚਾਹੁੰਦੇ ਇਹਦੇ ਵਿੱਚ। उन्होंने मालूम करके कहा, 5 और 2 मछली भी। तब उसने आज्ञा दी कि सबको हरी हरी घास पर बैठा दो, पांति पांति में बैठा दो। वे 100 और 50 करके पांति पांति बैठ गए। उसने उन 5 रोटियों को और 2 मछलियों को लिया और स्वर्ग की ओर देखकर धन्यवाद किया। रोटियां तोड़ तोड़ कर चेलों को देता गया कि वे लोगों को परोसे। वे 2 मछलियां भी उन सब में बांट दी। सब खाकर तृप्त हो गए और उन्होंने टुकड़ों से 12 टोकरियां भरकर उठाई और कुछ मछलियों से भी। और जिन्होंने रोटियां खाई वे 5000 पुरुष थे। सो पहला किस्सा तो यह है। सेकंड वाला उन्होंने किया मार्क 8:5 है, जिथे 4000 नूं कीता है। उहदे विच लिखिया है, उसने उनसे पूछा तुम्हारे पास कितनी रोटियां हैं। उन्होंने कहा 7। तो उन्होंने भी लिखा और लोग 4000 के लगभग थे। तब उन्होंने उनको विदा किया। पर उन्होंने 8वें वर्ष में लिखा, वे खाकर तृप्त हो गए और चेलों ने शेष टुकड़ों के 7 टोकरे भरकर उठाए। उन्हें 12 और 7 ये क्यों लिखे गए? ਮੇਰੇ ਮਨ 'ਚ ਕੁਐਸਚਨ ਸੀਗਾ ਕਿ ਜਿਹੜਾ ਲੈਫਟ ਓਵਰ ਹੈ, ਪਰਮੇਸ਼ਵਰ ਨੇ ਕਿਹਾ ਕਿ ਇਹਨਾਂ ਨੂੰ ਵੀ ਨਾਲ ਲੈ ਲਓ। ਇਹਦਾ ਕੀ ਮਤਲਬ ਹੈ? ਜਿਹੜਾ ਆਪਾਂ ਬਚੇ ਖੁਚੇ, ਆਪਾਂ ਕਹਿੰਦੇ ਨਾ ਬਚਿਆ ਖੁਚਿਆ, ਬਚ ਗਿਆ, ਪਰ ਕਿਉਂ ਬਚਿਆ? ਕੋਈ ਰੀਜ਼ਨ ਹੋਏਗਾ। ਬਾਈਬਲ ਵਿੱਚ ਕੋਈ ਚੀਜ਼ ਵੀ ਬਿਨਾਂ ਕਾਰਨ ਤੋਂ ਨਹੀਂ ਦਿੱਤੀ। ਤੇ ਪਰਮੇਸ਼ਵਰ ਦਾ ਧੰਨਵਾਦ ਹੋਏ, ਜਦੋਂ ਅਸੀਂ ਪੁੱਛਦੇ ਹਾਂ ਅਸੀਂ ਭੁੱਲ ਜਾਂਦੇ ਹਾਂ, ਪਰ ਪਰਮੇਸ਼ਵਰ ਨਹੀਂ ਭੁੱਲਦੇ। ਅੱਜ ਪਰਮੇਸ਼ਵਰ ਨੇ ਸਵੇਰੇ ਇਸ ਦਾ ਭੇਦ ਪ੍ਰਗਟ ਕੀਤਾ ਹੈ। ਮਾਰਕ 6:7 ਆਪਾਂ ਦੇਖਾਂਗੇ। 12 प्रेरितों का भेजा जाना। उसने 12 को अपने पास बुलाया और उन्हें 2-2 करके भेजने लगा। किन्ने लोगों ਨੂੰ ਭੇਜਿਆ? 12 ਲੋਕਾਂ ਨੂੰ।
अपने चेलियां नू। ते पहली बारी किन्ने टोकरियां बचियां? उन्हें दिखाइया 12 टोकरियां बचियां कि जो कुछ परमेश्वर ने कहा वो जाके करनगे, हर चीज अपने आप ਨੂੰ ਉਸੇ ਤਰ੍ਹਾਂ ਦੇਣਗੇ ਤਾਂ ਉਹਨਾਂ ਨੂੰ ਕਿਸੇ ਚੀਜ਼ ਦੀ 12 ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ। 12 ਕਿਦੇ ਵਾਸਤੇ ਚਾਹੇ ਜਿੰਨਾ ਵੀ ਸੀਗਾ ਉਹਦੇ ਥੋੜੇ ਵਿੱਚੋਂ ਉਹਨਾਂ ਨੇ ਕੀ ਕੀਤਾ, ਜਿਹੜੇ ਲੋਕ ਜਿੰਨੇ ਵੀ ਪਰਮੇਸ਼ਵਰ ਉਹਨਾਂ ਦੀ ਹਜ਼ੂਰੀ 'ਚ ਲੈ ਕੇ ਆਏ ਉਹਨਾਂ ਸਾਰਿਆਂ ਨੂੰ ਧੰਨਵਾਦ ਕਰਕੇ ਪ੍ਰਭੂ ਯੀਸ਼ੂ ਨੇ ਕਰਕੇ ਦਿਖਾਇਆ ਕਿ ਜੇ ਤੁਹਾਡੇ ਕੋਲ ਆਣਗੇ, ਜੋ ਚੀਜ਼ ਵੀ ਤੁਹਾਡੇ ਕੋਲ ਹੈ, ਪਰਮੇਸ਼ਵਰ ਦਾ ਧੰਨਵਾਦ ਕਰੋ, ਉਹਨਾਂ ਨੂੰ ਰਜਾਓ, ਉਹਨਾਂ ਦੀ ਉਸ ਤਰੀਕੇ ਨਾਲ ਸੇਵਾ ਕਰੋ ਕਿ ਤੁਸੀਂ ਪਰਮੇਸ਼ਵਰ ਦੀ ਕਰਦੇ ਹੋ, ਤੁਸੀਂ ਮਸੀਹ ਯੀਸ਼ੂ ਦੀ ਕਰਦੇ ਹੋ, ਤੁਹਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਸੈਕਿੰਡ ਕੇਸ ਵਿੱਚ ਕਿੰਨੇ ਬਚੇ? 7 ਟੋਕਰੇ। 7 ਟੋਕਰੇ 7 ਨੰਬਰ ਬਾਈਬਲ ਦੇ ਵਿੱਚ ਕੰਪਲੀਸ਼ਨ ਔਰ ਅਬੰਡੈਂਸ ਨੂੰ ਦਿਖਾਉਂਦਾ ਹੈ ਕਿ ਜਦੋਂ ਥੋੜੇ ਵਿੱਚੋਂ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਜੀ ਜੀਵਨ ਦੀ ਰੋਟੀ ਹੈ, ਜਦੋਂ ਅਸੀਂ ਪਰਮੇਸ਼ਵਰ ਤੇ ਪ੍ਰਭੂ ਯੀਸ਼ੂ ਮਸੀਹ ਤੇ ਭਰੋਸਾ ਕਰਦੇ ਹਾਂ, ਸਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਕਦੀ, ਕਿਉਂਕਿ ਸਾਡੀ ਨਜ਼ਰ ਜੀਵਨ ਦੀ ਰੋਟੀ ਜਿਸ ਦਾ ਨਾਮ ਮਸੀਹ ਯੀਸ਼ੂ ਜੋ ਸਵਰਗ ਤੋਂ ਉਤਰੀ ਹੈ, ਸਾਡੀ ਜ਼ਿੰਦਗੀ 'ਚ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆ ਸਕਦੀ। ਪਰ ਕਸੂਰ ਕਿਦੇ ਚ? ਉਸ ਟਾਈਮ ਤੇ ਡਿਸਾਈਪਲਸ ਨੇ ਕੀਤਾ ਕੀ ਕੀਤਾ? ਮਾਰਕ 8 ਚ ਆਪਾਂ ਦੇਖਾਂਗੇ, मार्क 8 16 तो 21 है। वे आपस में विचार करके कहने लगे, हमारे पास रोटी नहीं है। ये जानकर यीशु ने उनसे कहा, तुम क्यों आपस में ये विचार कर रहे हो कि हमारे पास रोटी नहीं? क्या अब तक नहीं जानते और नहीं समझते? क्या तुम्हारा मन कठोर हो गया है? क्या आंखें रखते हुए भी नहीं देखते और कान रखते हुए भी नहीं सुनते? और क्या तुम्हें स्मरण नहीं कि जब मैंने 5,000 के लिए 5 रोटियां तोड़ी थी तो तुमने टुकड़ों की कितनी भरकर उठाई थी? उन्होंने उससे कहा 12 टोकरियां। और जब 4,000 के लिए 7 रोटियां थी तो तुमने टुकड़ों के कितने टोकरे भरकर उठाए थे? उन्होंने उससे कहा 7 टोकरे। उसने उनसे कहा, क्या तुम अब तक नहीं समझते? अपनी जिंदगियां च परमेश्वर प्रभु यीशु मसीह जी ने इन्ने वड्डे वड्डे काम कीते, बीमारियां तो सानू कढ़िया, सानू नजात दे दी, अपने बेटे बेटियां बना लिया, और असी तरह तरह दे देखते आ रहे हैं कि परमेश्वर ने अज तक 1 साल तो असी लोग सारे घर च बैठे आ, कौन सानू रोटी दे रहा? ਉਹ ਪਰਮੇਸ਼ਵਰ ਦੇ ਰਿਹਾ, ਜਿਨੇ ਅੱਜ ਤੱਕ ਦਿੱਤੀ, ਕੀ ਉਹ ਕੱਲ ਨਹੀਂ ਦੇਗਾ? ਅਸੀਂ ਕੱਲ ਦੀ ਚਿੰਤਾ 'ਚ ਫਿਰ ਵੀ ਹਾਲੇ ਬੈਠੇ ਆ, ਕਿਉਂ? ਸਾਡੇ ਕੋਲ ਇਹ ਚੀਜ਼ ਨਹੀਂ ਆ, ਸਾਡੇ ਕੋਲ ਇਹ ਚੀਜ਼ ਨਹੀਂ ਆ। ਇੱਕ ਬਿਮਾਰੀ ਤੋਂ ਸਾਡਾ ਇਲਾਜ ਕਰ ਦਿੱਤਾ ਪ੍ਰਭੂ ਨੇ, ਉਹਦੇ ਵਿੱਚ ਜੇ ਸਾਨੂੰ ਕਿਸੇ ਚੀਜ਼ ਦੀ ਕਮੀ ਆਈ ਉਸਨੇ ਭਰਪੂਰੀ ਦਿੱਤੀ ਹੈ, ਪਰ ਜੇ ਦੂਸਰੀ ਮੁਸ਼ਕਿਲ ਆ ਗਈ ਫਿਰ ਆਪਾਂ ਦਿਲ ਨੂੰ ਢਾ ਦਿੱਤਾ, ਫਿਰ ਆਪਾਂ ਲੋਕਾਂ ਵੱਲ ਫਿਰ ਆਪਾਂ ਦੇਖ ਰਹੇ ਹਾਂ ਕਿ ਪਰ ਮੇਰੇ ਕੋਲ ਇਹ ਨਹੀਂ ਹੈ, ਮੇਰੇ ਕੋਲ ਇਹ ਨਹੀਂ ਹੈ। ਪਰ ਜੋ ਦਿੱਤਾ ਹੈਗਾ ਪਰਮੇਸ਼ਵਰ ਨੇ, ਕੀ ਅਸੀਂ ਉਹਦਾ ਧੰਨਵਾਦ ਕੀਤਾ? ਜਦੋਂ ਅਸੀਂ ਧੰਨਵਾਦ ਕਰਦੇ ਹਾਂ ਥੋੜੀ ਚੀਜ਼ ਦਾ ਵੀ, ਪਰਮੇਸ਼ਵਰ ਨੇ ਕਿਹਾ ਦਿਖਾਇਆ ਕਿ ਦੇਣ ਵਾਲੇ ਇੱਕ ਵਿਧਵਾ ਔਰਤ ਸੀ ਜਿਹਦੇ ਕੋਲ ਸਿਰਫ 2 ਦਮੜੀਆਂ ਸੀ, ਉਹਨੇ 2 ਦਮੜੀਆਂ ਪਾ ਦਿੱਤੀਆਂ ਔਰ ਬਾਕੀਆਂ ਨੇ ਬਹੁਤ ਜ਼ਿਆਦਾ ਪਾਇਆ। ਪਰ ਪ੍ਰਭੂ ਯੀਸ਼ੂ ਦੇਖ ਰਹੇ ਸੀਗੇ, ਇਹਦਾ ਮਤਲਬ ਜੋ ਅਸੀਂ ਦਿੰਨੇ ਆ, ਜਿਸ ਨੀਅਤ ਨਾਲ ਦਿੰਨੇ ਆ, ਪ੍ਰਭੂ ਯੀਸ਼ੂ ਮਸੀਹ ਸਾਨੂੰ ਦੇਖ ਰਿਹਾ ਹੈ ਕਿ ਸਾਡਾ ਦਿਲ ਕਿੱਥੇ ਹੈ, ਸਾਡਾ ਦੇਣ ਵਿੱਚ ਦਿਲ ਹੈਗਾ ਜਾਂ ਲੋਕਾਂ ਵੱਲ ਦਿਲ ਹੈ। ਉਸ ਵਿਧਵਾ ਔਰਤ ਨੇ 2 ਦਮੜੀਆਂ ਪਾਈਆਂ, ਪ੍ਰਭੂ ਯੀਸ਼ੂ ਨੇ ਕਿਹਾ ਇਸਨੇ ਸਭ ਤੋਂ ਜ਼ਿਆਦਾ ਪਾਇਆ, ਕਿਉਂਕਿ ਬਾਕੀਆਂ ਨੇ ਆਪਣੇ ਵਧੀ ਚੋਂ ਪਾਇਆ ਪਰ ਇਸਨੇ ਆਪਣੀ ਘਟੀ ਚੋਂ ਪਾਇਆ। ਸੋ ਪਰਮੇਸ਼ਵਰ ਦੇਖ ਰਿਹਾ ਕਿ ਜਦੋਂ ਅਸੀਂ ਆਪਣੀ ਘਟੀ ਚੋਂ ਪਾਉਂਦੇ ਆ, ਪਰਮੇਸ਼ਵਰ ਦੀ ਬਰਕਤ ਸਾਡੇ ਤੇ ਆਂਦੀ ਹੈ। ਸਾਨੂੰ ਪਰਮੇਸ਼ਵਰ ਦੀ ਬਰਕਤ ਚਾਹੀਦੀ ਆ, ਉਹ ਬਰਕਤ ਜਿਸ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਸੀਗਾ ਕਿ ਮੈਂ ਹੀ, ਮਤ ਡਰ, ਮੈਂ ਹੀ ਤੇਰਾ ਬੜਾ ਪ੍ਰਤੀਫਲ ਹਾਂ, ਮੈਂ ਹੀ ਤੇਰੀ ਢਾਲ ਔਰ ਮੈਂ ਹੀ ਤੇਰਾ ਬੜਾ ਪ੍ਰਤੀਫਲ ਹਾਂ। ਜਿੱਥੇ ਪਰਮੇਸ਼ਵਰ ਬੜਾ ਪ੍ਰਤੀਫਲ ਬਣ ਜਾਂਦੇ ਆ, ਜਿੱਥੇ ਪ੍ਰਭੂ ਯੀਸ਼ੂ ਸਾਡੀ ਰੋਟੀ ਹੈਗੀ ਹੈ, ਸਾਨੂੰ ਕਿਸੇ ਚੀਜ਼ ਦਾ ਡਰਨਾ ਨਹੀਂ ਹੈ, ਕਿਸੇ ਚੀਜ਼ ਤੋਂ ਕੋਈ। ਸਾਡਾ ਫਿਊਚਰ ਜਿਸ ਤਰ੍ਹਾਂ ਦਾ ਮਰਜ਼ੀ ਹੈ, ਆਪਾਂ ਫਿਊਚਰ ਬਾਰੇ ਨਹੀਂ ਜਾਣਦੇ ਆ, ਪਰ ਇਹ ਵਿਸ਼ਵਾਸ ਕਰਦੇ ਆ ਕਿ ਮੇਰਾ ਫਿਊਚਰ, ਸਾਡਾ ਫਿਊਚਰ ਕਿਹਦੇ ਹੱਥ ਵਿੱਚ ਹੈ? ਉਹ ਜਿਸਨੇ ਸਭ ਕੁਝ ਕਰਕੇ ਸਾਨੂੰ ਬਾਈਬਲ ਦੇ ਵਿੱਚ ਦਿਖਾਇਆ ਔਰ ਉਸਨੇ ਜਗਤ ਵਿੱਚ ਸਾਨੂੰ ਭੇਜਿਆ ਕਿ ਬਾਈਬਲ ਚੋਂ ਦੇਖੋ ਮੈਂ ਕੀ ਕੀਤਾ ਹੈ। ਪਰਮੇਸ਼ਵਰ ਦਾ ਧੰਨਵਾਦ ਹੈ, ਸਾਨੂੰ ਅੱਖਾਂ ਦਿੱਤੀਆਂ, ਅੱਖਾਂ ਖੋਲੀਆਂ ਤਾਂ ਅਸੀਂ ਲੋਕ ਇਹ ਦੇਖ ਸਕੇ। ਤਾਂ ਕਿਉਂ ਨਹੀਂ ਉਸ ਪਰਮੇਸ਼ਵਰ ਦੀ ਸਤੁਤੀ ਕਰੀਏ? ਕੀ ਕਾਰਨ ਹੈ ਕਿ ਇਸ ਪਰਮੇਸ਼ਵਰ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ? ਜਿਹਨੇ ਬਾਈਬਲ ਦਾ ਪਰਮੇਸ਼ਵਰ ਸੇਮ ਯੈਸਟਰਡੇ, ਟੂਡੇ ਐਂਡ ਫੋਰਐਵਰ ਹੈ। ਜੋ ਕੁਝ ਉਹਨਾਂ ਨੇ ਉਦੋਂ ਡਿਸਾਈਪਲਸ ਨਾਲ ਕੀਤਾ ਅੱਜ ਵੀ ਉਹੀ ਕਰਦੇ ਆ।
परमेश्वर योग्य है, लेकिन अज असी डिसाइपल भी ਉਹੀ हाँ कि असी उन्हां रोटियां वाली इन्हां अखां नाल ही देख रहे हैं, लेकिन परमेश्वर दे नाल समय नहीं बितांदे कि जो स्क्रिप्चर दे पिछे परमेश्वर सानू सिखाना चाहते हैं, जो जीवन दी रोटी देना चाहते कि परमेश्वर ते विश्वास करना, परमेश्वर नू जानना और प्रभु यीशु मसीह नू जानना ही अनंत जीवन है। सो परमेश्वर दा शुक्र करदे हैं, अज परमेश्वर ने सानू मन्ना दिता, अपनी अखां खोलियां, अपना भेद प्रगट किया ते आपां दा फर्ज बनदा हैगा कि हुण असीं जिहड़ा परमेश्वर ने जो साडे ते भेद खोलिया उस नूं असीं ग्रहण करके जो कुछ साडे कोल हैगा असीं अगे वंडना शुरू करिए, ताकि जिहड़ा लैफ्ट ओवर है ਉਹ परमेश्वर दी ब्लैसिंग्स ਉਹ ਉਹਨਾਂ ਦੇ ਚੇਲਿਆਂ ਵਾਸਤੇ, ਉਹਨਾਂ ਦੇ ਦੇਣ ਵਾਲਿਆਂ ਵਾਸਤੇ ਹੈ। परमेश्वर दा शुक्र, परमेश्वर दा आपां आराधना करदे हां। ये अनुग्रह दा वचन है परमेश्वर दा। ਤੇ देखो इस परमेश्वर इस वर्शिप सॉन्ग के जरिए ਆਪਾਂ ਨੂੰ ਕੀ ਸਿਖਾ ਰਹੇ ਹੈਗੇ ਆ। ਜਦੋਂ ਇਹ वचन आंदा है, ਜਦੋਂ ਇਹ रोटी आंदी हैगी ਤੇ बरकतां लैके आंदी है, वाली रोटी ताकत लैके आंदी है, शांति लैके आंदी है, प्यार लैके आंदी है, जीवन लैके आंदी है। साडे हर गमां, हर दुखां नू, हर चीज नू खुशी विच बदलन दे लई परमेश्वर हमेशा सानू ये जीवन दी रोटी जो परमेश्वर दा वचन मसीह यीशु आप है, वो इस टाइम ते साडे विच विराजमान है। ते आओ ह्यूमिलिटी नाल इस परमेश्वर दी आराधना करिए और इस आनंद शांति नू असीं अपने अंदर रिसीव कर सकीए। अनुग्रह का वचन तू दया का है दाता, अनुग्रह का वचन तू दया का है दाता। शांति का है राजकुमार, शांति का है राजकुमार, मेरे यीशु जिंदाबाद जिंदाबाद, मेरे यीशु जिंदाबाद जिंदाबाद। जीवन का सोता तू प्यार का सागर, जीवन का सोता तू प्यार का सागर, आशीषों से भरता झुकता पास जो आकर, आशीषों से भरता झुकता पास जो आकर, गले से लगाता परों में छिपाता, मेरे यीशु जिंदाबाद जिंदाबाद, मेरे यीशु जिंदाबाद जिंदाबाद। पापों से बचाया अपना मुझको बनाया, पापों से बचाया अपना मुझको बनाया, कैसा अनोखा प्यार पापी को गले से लगाया, कैसा अनोखा प्यार पापी को गले से लगाया। तेरा प्यार है महान, तेरा प्यार है जहान, तेरा प्यार है महान, तेरा प्यार है जहान, मेरे यीशु जिंदाबाद जिंदाबाद, मेरे यीशु जिंदाबाद जिंदाबाद। ज्योति जगत की बनके तू देह में है आया, ज्योति जगत की बनके तू देह में है आया, देके कुर्बानी क्रूस पे तूने मुझको बचाया,
दे के कुर्बानी क्रूस पे तूने मुझको बचाया। मेरे दुख गम खुशी में तूने साथ निभाया, मेरे दुख गम खुशी में तूने साथ निभाया। मेरे यीशु जिंदाबाद जिंदाबाद, मेरे यीशु जिंदाबाद जिंदाबाद। अनुग्रह का वचन तू दया का है दाता, शांति का है राजकुमार, शांति का है राजकुमार। मेरे यीशु जिंदाबाद जिंदाबाद, मेरे यीशु जिंदाबाद जिंदाबाद, मेरे यीशु जिंदाबाद 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 जिंदाबाद। मेरे यीशु जिंदाबाद 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 जिंदाबाद। थैंक यू फादर। प्रभु यीशु मसीह नासरी दे नाम नाल हे पिता परमेश्वर, ਤੁਹਾਡਾ अनुग्रह ਦਾ वचन लॉर्ड जो साडे जीवन दी रोटी है, साडे आत्मा दी भुख नूं तुसीं तृप्त कीता खुदावंद। सचमुच तुसीं वचन च लिखिया जेड़ा मेरे कोल आएगा वो कदी भुखा नहीं रहेगा, और जेड़ा मेरे ते विश्वास करेगा वो कदी प्यासा नहीं रहेगा। खुदावंद तुसीं ही हो भुखियां ते प्यासियां नूं तृप्त करन वाले पिता परमेश्वर। जेड़े जेड़े भी प्रभु इस टाइम ते तेरे अनुग्रह दे वचन दे लई भुखे और प्यासे इस टाइम ते तेरे हजूर च बैठे खुदावंद, उस तरह जिवें हिरनी पानी तो बिना प्रभु आंदी है ते तुसी उस नूं तृप्त करदे हो खुदावंद। हिरनी पानी जदों आंदा उस नाल तृप्त हुंदे आ खुदावंद। असीं जो भुखे और प्यासे खुदावंद तेरे वचन लई इत्थे बैठे आ खुदावंद, साडी भुख और प्यास नूं तृप्त कर मेरे पिता। सानू ताकतवर बना अपने वचन नाल, क्योंकि इंसान सिर्फ रोटी नाल ही नहीं बल्कि परमेश्वर दे मुंह चों निकले वचन नाल जीवित रहिंदा है खुदावन। वचन च लिखिया विश्वास सुनन नाल ते सुनन नाल मसीह दे वचन दे नाल हुंदा। फादर सानू सुनन वाले कान दिओ ताकि मसीह यीशु तुहाडे वचन नूं सुन के साडे विश्वास च बढ़ोतरी होए और असीं ताकतवर सामर्थी थोड़ी सेना तैयार होके फादर इस जगह थोड़ी रोशनी लेके जा सकिए। साडियां जिंदगियां बदलो खुदावन। अपने आप नूं तुहानूं समर्पित कर दिया पवित्र आत्मा जी, साडे नाल गलबात करो और मदद करो इन्हां जिंदगियां नूं बदलण दे लई, ताकि जो वचन जिस पर्पस दे लई आया वो थोड़ी महिमा करदा होए पिता परमेश्वर तुहाडे कोल वापस लौटे। इन जीसस नेम आमेन आमेन। प्रेज दी लॉर्ड साਰਿਆਂ ਦਾ ਫੇਰ ਇੱਕ ਵਾਰੀ ਪਰਮੇਸ਼ਵਰ ਦੇ ਇਸ ਪ੍ਰੋਗਰਾਮ जीसस इज लॉर्ड क्रिएटर ਤੁਹਾਡਾ ਸਾਰਿਆਂ ਸਵਾਗਤ ਕਰਦੇ ਹਾਂ। ਅਸੀਂ ਰੋਜ਼ 12 ਵਜੇ ਤੁਹਾਡੇ ਵਾਸਤੇ ਟੋਰਾਂਟੋ ਤੋਂ ਕੈਨੇਡਾ ਤੋਂ ਇਹ ਪ੍ਰੋਗਰਾਮ ਲੈ ਕੇ ਪੇਸ਼ ਹੁੰਨੇ ਆ, ਤਾਂ ਕਿ ਅਸੀਂ ਸਾਰੇ ਮਿਲ ਕੇ ਸਿੱਖ ਸਕੀਏ ਕਿ ਪਰਮੇਸ਼ਵਰ ਸਾਡੇ ਨਾਲ ਕੀ ਗੱਲਾਂ ਕਰਦੇ ਨੇ, ਕੀ ਸਾਡੇ ਤੋਂ ਚਾਹੁੰਦੇ ਨੇ, ਕਿਵੇਂ ਅਸੀਂ ਪਰਮੇਸ਼ਵਰ ਦੇ ਵਿੱਚ ਉન્નਤੀ ਕਰ ਸਕਦੇ ਹਾਂ, ਤਰੱਕੀ ਕਰ ਸਕਦੇ ਹਾਂ, ਕਿਵੇਂ ਅਸੀਂ ਪਰਮੇਸ਼ਵਰ ਦੇ ਪਿਆਰੇ ਬੇਟੇ ਤੇ ਬੇਟੀਆਂ ਬਣ ਸਕਦੇ ਹਾਂ। ਤੁਸੀਂ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਹੈਗੇ ਨੇ ਉਹ ਸਾਡੇ ਫੇਸਬੁੱਕ ਤੇ ਜਾਂ ਸਾਡਾ ਜਿਹੜਾ YouTube ਚੈਨਲ ਹੈਗਾ ਜੀਸਸ ਇਜ਼ ਲਾਰਡ ਕ੍ਰੀਏਟਰ ਤੇ ਤੁਸੀਂ ਦੇਖ ਸਕਦੇ ਹੈਗੇ ਹੋ। ਕੱਲ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਅੱਜ ਆਪਾਂ ਕੱਲ ਦੇ ਟੌਪਿਕ ਦੀ ਲੜੀ ਨੂੰ ਫਰਦਰ ਗੱਲ ਕਰ ਰਹੇ ਹੈਗੇ ਆ, ਕਿਵੇਂ ਅਸੀਂ ਰੂਹਾਨੀ ਤੌਰ ਤੇ ਪਰਮੇਸ਼ਵਰ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਦੁਨਿਆਵੀ ਤੌਰ ਤੇ ਤਾਂ ਵਧਣਾ ਬੜਾ ਆਸਾਨ ਹੈ। ਕਿਉਂ? ਕਿਉਂਕਿ ਦੁਨੀਆ ਕਹਿੰਦੀ ਹੈ ਸਿਰਫ ਆਪਣਾ ਫਾਇਦਾ ਦੇਖ, ਜੋ ਤੇਰੇ ਵਾਸਤੇ ਬਿਹਤਰ ਹੈ ਉਹ ਕਰ, ਜੋ ਤੈਨੂੰ ਪਸੰਦ ਆਉਂਦਾ ਉਹ ਕਰ। ਬਹੁਤ ਆਸਾਨ ਹੈ। ਪਰ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਦੇਖਦੇ ਹਾਂ ਤੇ ਜਿਸ ਤੱਕ ਅਸੀਂ ਪਰਮੇਸ਼ਵਰ ਦੇ ਵਚਨ ਤੇ ਆਪਣੇ ਦੁਨਿਆਵੀ ਤਰੀਕੇ ਦੇ ਨਾਲ ਜਾਂ ਆਪਣੀ ਦੁਨਿਆਵੀ ਸਮਝ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਵਾਸਤੇ ਉਹ ਜਿਹੜਾ ਸਫ਼ਰ ਹੈਗਾ
ਉਹ ਨਾਮੁਮਕਿਨ ਹੈ, ਕਤਈ ਮੁਮਕਿਨ ਨਹੀਂ ਹੈਗਾ। ਕਿਉਂ? ਅਸੀਂ ਕਹਿੰਦੇ ਆ ਜੇ ਕੋਈ ਸਾਡੇ ਇੱਕ ਮਾਰਿਆ ਆਪਾਂ ਉਹਦੇ ਦੋ ਮਾਰੀਏ, ਜੇ ਕਿਸੇ ਨੇ ਸਾਡੀ ਇੱਕ ਚੁਗਲੀ ਕੀਤੀ ਅਸੀਂ ਦੋ ਕਰੀਏ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰੋ, ਆਪਣੇ ਸਤਾਨ ਵਾਲਿਆਂ ਵਾਸਤੇ ਪ੍ਰਾਰਥਨਾ ਕਰੋ। ਦੁਨੀਆ ਕਹਿੰਦੀ ਹੈ ਕਿ ਜਿੰਨਾ ਇਕੱਠਾ ਹੋ ਸਕਦਾ ਸਮਾਨ ਉਹਨਾਂ ਇਕੱਠਾ ਕਰ ਲੈ, ਕੱਲ ਦਾ ਨਹੀਂ ਪਤਾ ਕੱਲ ਕੀ ਹੋਏਗਾ। ਪਰਮੇਸ਼ਵਰ ਕਹਿੰਦਾ ਹੈਗਾ ਤੂੰ ਮੇਰੇ 'ਚ ਬਣਿਆ ਰਹਿ। ਰੋਜ਼ ਦੀ ਰੋਟੀ, ਜਿਵੇਂ ਆਪਾਂ ਦੇਖਿਆ ਜਿਹੜੇ प्रभु यीशु मसीह ने अपने चेलियों को प्रार्थना सिखाई कि हमारी रोज की रोटी हमें दे, और जिस प्रकार हमने अपने कसूरवारों को माफ किया है वैसे तू भी हमारे कसूरों को माफ कर। ऐस करके जिन्नियां गल्लां असीं इस प्रोग्राम विच करदे हां, जिवें कल असीं सिੱਖਿਆ सी कि गॉड इज अ स्पिरिट, we can understand him, we can worship him, we can walk with him only when we are led by the spirit। ਜੇ ਅਸੀਂ ਆਤਮਾ ਦੇ ਚਲਾਏ ਚੱਲਨੇ ਆ ਤਾਈਓ ਪਰਮੇਸ਼ਵਰ ਦੀ ਗੱਲਾਂ ਸਾਨੂੰ ਸਮਝ ਆਣਗੀਆਂ, ਤਾਈਓ ਪਰਮੇਸ਼ਵਰ ਦੇ ਰਸਤਿਆਂ ਤੇ ਅਸੀਂ ਚੱਲ ਸਕਦੇ ਆ, ਤਾਈਓ ਪਰਮੇਸ਼ਵਰ ਦੇ ਹੁਕਮਾਂ ਨੂੰ ਅਸੀਂ ਮੰਨ ਸਕਦੇ ਆ। ਕੱਲ ਅਸੀਂ ਬੜੇ ਡਿਟੇਲ ਹੀ ਦੇਖਿਆ ਸੀ ਕਿ ਸਾਡੇ ਪਰਮੇਸ਼ਵਰ ਕੌਣ ਨੇ। ਹੁਣ ਉਹ ਦੇਖਣ ਤੋਂ ਬਾਅਦ ਕਿ ਸਾਡੇ ਪਰਮੇਸ਼ਵਰ ਕੌਣ ਨੇ, ਕੀ ਉਹਨਾਂ ਨੇ ਸਾਡੇ ਵਾਸਤੇ ਰਸਤੇ ਬਣਾਏ ਨੇ, ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਦੇਖਿਆ ਸੀ ਕਿ ਕਿਵੇਂ ਉਹਨਾਂ ਨੇ ਤੁਹਾਡੇ ਤੇ ਮੇਰੇ ਕਰਕੇ ਜਦੋਂ ਅਸੀਂ ਗੁਨਾਹਗਾਰੀ ਸੀਗੇ ਤੇ ਸਾਡੇ ਵਾਸਤੇ ਆਪਣੀ ਜਾਨ ਦਿੱਤੀ। ਉਹਨਾਂ ਨੇ ਕਿਉਂ ਆਪਣੀ ਜਾਨ ਦਿੱਤੀ? ਜਾਂ ਕਿਆ ਉਹਨਾਂ ਦੀ ਜਾਨ ਦੇਣਾ, ਜੀ ਉੱਠਣਾ ਜਿਹੜਾ ਕਿ ਅੱਜ ਤੋਂ 2021 ਸਾਲ ਪਹਿਲੇ ਹੋਇਆ, ਉਹ ਹੋਇਆ ਤੇ ਉਹ ਖਤਮ ਹੋ ਗਿਆ? ਨਹੀਂ, ਉਹ ਤੁਹਾਡੇ ਤੇ ਮੇਰੇ ਜੀਵਨਾਂ ਵਿੱਚ ਤੇ ਤੁਹਾਡੇ ਤੇ ਮੇਰੇ ਤੋਂ ਬਾਅਦ ਜਿਹੜੀ ਪੁਸ਼ਤਾਂ ਆਉਣਗੀਆਂ ਉਹਨਾਂ ਦੇ ਜੀਵਨਾਂ ਵਿੱਚ ਉਹ ਤਰੱਕੀ ਕਰ ਰਿਹਾ, ਗਰੋ ਕਰ ਰਿਹਾ, ਵੱਧ ਰਿਹਾ। ਤੇ ਅੱਜ ਜਿਵੇਂ ਅੱਜ ਦੂਜਾ ਪਾਰਟ ਹੈਗਾ, ਕੱਲ ਅਸੀਂ ਦੇਖਿਆ ਸੀ ਪਰਮੇਸ਼ਵਰ ਦੇ ਬਾਰੇ, ਅੱਜ ਅਸੀਂ ਦੇਖਾਂਗੇ ਵੀ ਅਸੀਂ ਕਿਵੇਂ ਪਰਮੇਸ਼ਵਰ ਵਿੱਚ ਵੱਧ ਸਕਦੇ ਹਾਂ। ਕੱਲ ਆਪਾਂ ਦੇਖਿਆ ਸੀ ਜਿਵੇਂ ਪ੍ਰਕਾਸ਼ਿਤ ਵਾਕਿਆ ਕੱਢ ਲਓ 22:13, ਪ੍ਰਭੂ ਯੀਸ਼ੂ ਮਸੀਹ ਨੇ ਕੀ ਕਿਹਾ ਕਿ ਮੈਂ ਹੀ ਅਲਫਾ ਵਾਂ, ਮੈਂ ਹੀ ਓਮੇਗਾ ਵਾਂ, ਮੈਂ ਹੀ ਬਿਗਨਿੰਗ ਆ, ਮੈਂ ਹੀ ਐਂਡ ਆ, ਮੈਂ ਹੀ ਫਸਟ ਆ, मैं ही लास्ट आ। पढ़ दो। मैं अल्फा और ओमेगा, पहला और अंतिम, आदि और अंत हूं। 4 ਵਾਰੀ ਪ੍ਰਕਾਸ਼ਿਤ ਵਾਕਿਆ ਵਿੱਚ ਇਸ ਚੀਜ਼ ਦਾ ਵਰਣਨ ਉਹਨਾਂ ਨੇ ਬਾਰ-ਬਾਰ ਕਿਹਾ ਕਿ ਮੈਂ ਹੀ ਅਲਫਾ ਵਾਂ ਤੇ ਮੈਂ ਹੀ ਓਮੇਗਾ ਵਾਂ। ਤੇ ਜਦੋਂ ਕੋਈ ਚੀਜ਼ ਪਰਮੇਸ਼ਰ ਦੇ ਵਚਨ ਵਿੱਚ ਬਾਰ-ਬਾਰ ਕਹੀ ਜਾਂਦੀ ਹੈ, ਉਹ ਇਸ ਕਰਕੇ ਕਹੀ ਜਾਂਦੀ ਹੈ ਕਿ ਸਾਡੇ ਅੰਦਰ, ਸਾਡੀ ਆਤਮਾ ਵਿੱਚ, ਸਾਡੀ ਸੋਚ ਵਿੱਚ, ਸਾਡੇ ਜੀਵਨ ਵਿੱਚ ਸਮਾ ਜਾਵੇ। ਤੇ ਨਾ ਕਿ ਸਿਰਫ ਸਮਾ ਜਾਵੇ ਪਰ ਸਾਡੇ ਜੀਵਨ ਦਾ, ਸਾਡੀ ਸੋਚ ਦਾ, ਸਾਡੇ ਨਜ਼ਰੀਏ ਦਾ ਇੱਕ ਹਿੱਸਾ ਬਣ ਜਾਵੇ। ਫਾਇਦਾ ਤਾਂ ਹੀ ਹੈਗਾ ਨਾ ਜਦੋਂ ਆ ਬੱਚਾ ਸਕੂਲ ਪੜ੍ਹਨ ਜਾਂਦਾ ਹੈ ਤੇ ਐਗਜ਼ਾਮ ਦੇ ਟਾਈਮ ਤੇ ਉਹਨੂੰ ਯਾਦ ਰਹਿੰਦਾ ਕਿ ਉਹਨੇ ਕੀ ਪੜ੍ਹਿਆ ਸੀ। ਉਹਨੂੰ ਪਤਾ ਹੁੰਦਾ ਕਿ ਮੈਥ ਦੀ ਟੀਚਰ ਨੇ ਕਿਹੜਾ ਸਵਾਲ ਦਾ ਹੱਲ ਕਿਵੇਂ ਕਰਨਾ ਸਿਖਾਇਆ ਸੀ। ਉਵੇਂ ਪਰਮੇਸ਼ਵਰ ਦੇ ਵੀ ਅਸੀਂ ਬੇਟੇ ਤੇ ਬੇਟੀ ਹੈਗੇ ਆ। ਇਹ ਜਿਹੜੀ ਪਰਮੇਸ਼ਵਰ ਦਾ ਆਪਣਾ ਵਚਨ ਹੈਗਾ ਉਹ ਸਾਡਾ ਕਲਾਸਰੂਮ ਹੈ। ਪਵਿੱਤਰ ਆਤਮਾ ਸਾਡੇ ਟੀਚਰ ਨੇ, ਉਹ ਸਾਨੂੰ ਪਰਮੇਸ਼ਵਰ ਦੀ ਗਹਿਰਾਈਆਂ ਨਾਲ ਅਵੇਅਰ ਕਰਾਉਂਦੇ ਨੇ, ਆਪਾਂ ਨੂੰ ਪਰਮੇਸ਼ਵਰ ਦੀ ਗਹਿਰਾਈਆਂ ਦੱਸਦੇ ਹੈਗੇ ਨੇ। ਤੇ ਪਹਿਲੇ ਤਾਂ ਆਪਾਂ ਇਹ ਮੁੱਦਾ ਸਮਝ ਲਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਜੋ ਕਿਹਾ ਉਹ ਸੱਚ ਹੈ। ਤੇ ਹੁਣ ਜਦੋਂ ਆਪਾਂ ਨੂੰ ਸੱਚਾਈ ਦਾ ਪਤਾ ਲੱਗ ਗਿਆ, ਹੁਣ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਅਸੀਂ ਕਿਵੇਂ ਉਹਨਾਂ ਦੇ ਪਿੱਛੇ ਚੱਲ ਸਕਦੇ ਹਾਂ। ਆਪਾਂ ਇੱਕ ਐਸੀ ਆਪਣਾ ਰਿਲੇਸ਼ਨ ਚ ਖੋੜ ਦੇਖਾਂਗੇ, ਇਜ਼ਾਇਆ 40:28 ਦੇਖਾਂਗੇ। ਅਤੇ ਪਰਮੇਸ਼ਵਰ ਸਾਡੇ ਨਾਲ ਗੱਲ ਕਰ ਰਹੇ ਨੇ ਤੇ ਪਰਮੇਸ਼ਵਰ ਦਾ ਜਿਹੜਾ ਵਜੂਦ ਹੈ, ਜਿਹੜਾ ਪਰਮੇਸ਼ਵਰ ਦਾ ਜਿਹੜਾ ਉਹਨਾਂ ਦਾ ਅਸਤਿਤਵ ਹੈਗਾ, ਜਿਹੜਾ ਉਹਨਾਂ ਦੀ ਐਗਜ਼ਿਸਟੈਂਸ ਹੈਗੀ ਹੈ,
ਉਹਨਾਂ ਦੇ ਬਾਰੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸ ਰਿਹਾ। ਹਾਂਜੀ, क्या तुम नहीं जानते, क्या तुमने नहीं सुना, यहोवा जो सनातन परमेश्वर और पृथ्वी भर का सृजनहार है, वह न थकता न श्रमित होता है, उसकी बुद्धि अगम है। ਉਹ ਕਹਿੰਦੇ ਹੈਵ ਯੂ ਨਾਟ ਨੋਨ, ਹੈਵ ਯੂ ਨਾਟ ਹਰਡ, the everlasting God, the Lord, creator of the ends of the earth, neither faints nor is weary, his understanding is unsearchable। ਤੇ ਪਰਮੇਸ਼ਵਰ ਕੀ ਨੇ? ਉਹ ਤੁਹਾਨੂੰ ਦੱਸਣਾ ਚਾਹ ਰਹੇ ਨੇ ਵੀ ਤੁਹਾਡੇ ਜੀਵਨ ਵਿੱਚ 24 ਘੰਟਿਆਂ ਵਿੱਚ ਕਦੀ ਵੀ ਜੇ ਕੋਈ ਸਵਾਲ ਆਉਂਦਾ ਹੈ, ਜੇ ਕਦੀ ਕੋਈ ਸਮੱਸਿਆ ਆਉਂਦੀ ਹੈ, ਤੇ ਉਹ ਸਾਡੇ ਨਾਲ ਖਲੋਤੇ ਨੇ। ਸਾਨੂੰ ਕੋਈ ਦਰਵਾਜ਼ਾ ਖੁੱਲਣ ਦੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਵੀ ਦਰਵਾਜ਼ਾ 10 ਵਜੇ ਖੁੱਲਦਾ ਕਿਸੇ ਥਾਂ ਦਾ। He is always available to us। ਫਿਰ ਉਹ ਕੀ ਕਹਿੰਦੇ ਨੇ? I never go weary। ਤੁਸੀਂ ਜੇ ਮੈਨੂੰ ਕੋਈ ਚੀਜ਼ ਇੱਕ ਵਾਰੀ ਪੁੱਛੋਗੇ ਜਾਂ 100 ਵਾਰੀ ਪੁੱਛੋਗੇ, ਮੈਂ ਤੁਹਾਡੇ ਤੋਂ ਉਕਤਾਵਾਂਗਾ ਨਹੀਂ, ਮੈਂ ਤੁਹਾਨੂੰ ਜਵਾਬ ਦੇਵਾਂਗਾ। Amen। ਜਿਵੇਂ ਇੱਕ ਆਪਣਾ ਬੱਚਾ ਜਦੋਂ ਛੋਟਾ ਹੁੰਦਾ ਹੈ, ਉਹ ਪਿਓ ਨੂੰ ਪੁੱਛਦਾ ਹੈ ਉਹ ਕੀ ਹੈ, ਉਹ ਕਹਿੰਦਾ ਕਬੂਤਰ। ਉਹ ਕੀ ਹੈ ਕਬੂਤਰ? ਭਾਵੇਂ 50 ਵਾਰੀ ਪੁੱਛੇ ਪਿਓ ਨੂੰ, ਪਿਓ ਹਮੇਸ਼ਾ ਉਹਨੂੰ ਪਿਆਰ ਨਾਲ ਕਹਿੰਦਾ ਬੇਟਾ ਕਬੂਤਰ ਹੈਗਾ। ਪਰ ਜਦੋਂ ਉਹ ਇਨਸਾਨ ਬਜ਼ੁਰਗ ਹੋ ਜਾਂਦਾ ਹੈ, ਜਦੋਂ ਆਪਣੇ ਬੇਟੇ ਨੂੰ ਆਵਾਜ਼ ਮਾਰਦਾ ਹੈ ਕਿ ਬੇਟਾ ਮੇਰੀ ਛੜੀ ਕਿੱਥੇ, ਪਹਿਲੀ ਵਾਰ ਬੱਚਾ ਕਹਿੰਦਾ ਕੋਨੇ ਤੇ ਪਈ ਹੈ। ਜੇ ਦੁਬਾਰਾ ਪੁੱਛਦਾ ਕਹਿੰਦਾ ਤੁਹਾਨੂੰ ਕਿੰਨੀ ਵਾਰ ਕਿਹਾ ਕੋਨੇ ਤੇ ਪਈ ਹੈ। ਇਹ ਇਨਸਾਨੀ ਆਪਣਾ ਕੀ ਕਹਿੰਦੇ ਨੇ ਸੋਚ ਹੈ। ਪਰ ਪਰਮੇਸ਼ਵਰ ਨੇ ਸਾਨੂੰ ਕਿਹਾ ਬਾਰ-ਬਾਰ ਕਿ ਮੈਂ ਤੁਹਾਡੇ ਤੋਂ ਉਕਤਾਂਦਾ ਨਹੀਂ ਹਾਂ। ਤੁਸੀਂ ਜਿੰਨੀ ਵਾਰੀ ਪੁੱਛੋਗੇ ਮੈਨੂੰ, ਜਿੰਨੀ ਵਾਰੀ ਤੁਸੀਂ ਗਿਰੋਗੇ, ਓਨੀ ਵਾਰੀ ਮੈਂ ਤੁਹਾਨੂੰ ਉਠਾਵਾਂਗਾ। ਜਦੋਂ ਪਤਰਸ ਨੇ ਪੁੱਛਿਆ ਪ੍ਰਭੂ ਯਿਸੂ ਮਸੀਹ ਨੂੰ ਕਿ ਮੈਂ ਆਪਣੇ ਭਰਾ ਨੂੰ ਕਿੰਨੀ ਵਾਰੀ ਮਾਫ ਕਰਾਂ, ਕਿਆ 7 ਵਾਰੀ ਮਾਫ ਕਰਾਂ? ਤੇ ਉਹਨਾਂ ਨੇ ਕੀ ਕਿਹਾ? ਨਹੀਂ, 7 ਗੁਣਾ 70 ਵਾਰੀ ਮਾਫ ਕਰ। ਜੋ ਕਹਿੰਦਾ ਕਿ ਮੈਂ ਆਪਣੇ ਭਰਾ ਨੂੰ 100 ਵਾਰੀ ਮਾਫ ਕਰਾਂ, ਤੇ ਉਹ ਕੀ ਕਹਿੰਦੇ? 100 ਨੂੰ ਉਹਦੇ ਨਾਲ ਗੁਣਾ ਕਰਕੇ ਦੱਸ ਦਿੰਦੇ। ਮਤਲਬ ਸਾਡੇ ਵਿੱਚ ਜੇ ਅਸੀਂ ਕਹਿੰਦੇ ਅਸੀਂ ਰੂਹਾਨੀ ਤੌਰ ਤੇ ਵਧਣੇ ਚਾਹੁੰਦੇ ਹਾਂ, ਤੇ ਅਸੀਂ ਦੂਜੇ ਨੂੰ ਆਪਣੀ ਸੋਚ ਦੇ ਨਾਲ ਜਵਾਬ ਨਹੀਂ ਦੇਣਾ, ਪਰਮੇਸ਼ਵਰ ਦੀ ਸੋਚ ਦੇ ਨਾਲ ਜਵਾਬ ਦੇਣਾ ਹੈ। ਆਪਣੀ ਸੋਚ ਦੇ ਨਾਲ ਕਿਸੇ ਤੇ ਹਮਦਰਦੀ ਨਹੀਂ ਦਿਖਾਣੀ। ਇੱਕ ਹੁੰਦਾ ਪਿਟੀ ਕਰਨਾ, ਬੜਾ ਗੰਦਾ ਹੈਗਾ, ਬੜਾ ਕਮਜ਼ੋਰ ਹੈਗਾ, ਬੜਾ ਦੁਖੀ ਹੈਗਾ, ਬਸ ਉਸ ਤੋਂ ਬਾਅਦ ਆਪਾਂ 4 ਕਦਮ ਜਾਂ 40 ਕਦਮ ਜਾਂ 400 ਕਦਮ ਅੱਗੇ। ਤੇ ਸਪਿਰਿਚੁਅਲੀ ਗਰੋ ਆਪਾਂ ਪ੍ਰੈਕਟੀਕਲੀ ਗਰੋ ਰੱਬ ਵਿੱਚ ਹੋਣਾ ਹੈ। ਪਰ ਆਮ ਤੌਰ ਤੇ ਪ੍ਰੈਕਟੀਕਲ ਜਿਹੜਾ ਸ਼ਬਦ ਹੈਗਾ ਉਹ ਦੁਨੀਆਦਾਰੀ ਵਾਸਤੇ ਇਸਤੇਮਾਲ ਕੀਤਾ ਜਾਂਦਾ। ਕਹਿੰਦੇ ਨੇ ਯਾਰ ਥੋੜਾ ਪ੍ਰੈਕਟੀਕਲ ਬਣ, ਮਤਲਬ ਕੋਈ ਆਪਣਾ ਮਾਲ ਮੂਲ ਇਕੱਠਾ ਕੀਤਾ ਨਹੀਂ ਕੀਤਾ, ਤੂੰ ਪ੍ਰੈਕਟੀਕਲ ਬਣਿਆ ਕਿ ਨਹੀਂ ਬਣਿਆ ਅਜੇ। ਪਰ ਪਰਮੇਸ਼ਵਰ ਨੇ ਕੀ ਕਹਿੰਦਾ? ਤੁਸੀਂ ਮੇਰੇ 'ਚ ਵਧੋ, ਮੇਰੇ ਕੋਲ ਤੁਸੀਂ ਜਿਹੜੀ ਗੱਲ ਹੈਗੀ ਨਾ ਉਹਦਾ ਤੁਹਾਨੂੰ ਮੈਂ ਜਵਾਬ ਦੇਵਾਂਗਾ। ਪਵਿੱਤਰ ਆਤਮਾ ਦੇ ਜ਼ਰੀਏ ਆਪਾਂ ਨੂੰ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਉਹ ਸਾਡੇ ਹਰ ਸਵਾਲ ਦਾ ਜਵਾਬ ਸਿਖਾਉਂਦਾ ਹੈ। ਪਤੀ ਨੂੰ ਕਿਵੇਂ ਐਕਟ ਕਰਨਾ ਚਾਹੀਦਾ, ਪਤਨੀ ਨੂੰ ਕਿਵੇਂ ਕਰਨਾ ਚਾਹੀਦਾ, ਬੱਚਿਆਂ ਨੂੰ ਕਿਵੇਂ ਕਰਨਾ ਚਾਹੀਦਾ, ਮਾਲਕ ਨੂੰ ਕਿਵੇਂ ਕਰਨਾ ਚਾਹੀਦਾ, ਨੌਕਰ ਨੂੰ ਕਿਵੇਂ ਕਰਨਾ ਚਾਹੀਦਾ, ਪੜੋਸੀ ਨੂੰ ਕਿਵੇਂ ਕਰਨਾ ਚਾਹੀਦਾ। ਯੂ ਕੈਨ ਗੋ ਔਨ ਐਂਡ ਔਨ। ਹਰ ਰਿਸ਼ਤੇ ਦੇ ਬਾਰੇ ਪਰਮੇਸ਼ਵਰ ਜਿਹੜਾ ਹੈਗਾ ਆਪਾਂ ਨੂੰ ਆਪਣੇ ਵਚਨ ਜੋ ਸਿੱਖਿਆ ਦਿੰਦੇ ਹੈਗੇ ਨੇ। ਲੈਣਾ ਆਪਾਂ ਦਾ ਕੰਮ ਹੈ, ਉਹਨਾਂ ਦਾ ਕੰਮ ਦੇਣਾ ਹੈਗਾ। ਉਹਨਾਂ ਨੇ ਆਪਣਾ ਕੰਮ ਪੂਰਾ ਕੀਤਾ। ਲੈਣਾ ਆਪਾਂ ਦਾ ਕੰਮ ਹੈ। ਸਭ ਤੋਂ ਪਹਿਲੇ ਜੇ ਆਪਾਂ ਰੂਹਾਨੀ ਜੀਵਨ ਵਿੱਚ ਵਧਣਾ ਚਾਹੁੰਦੇ ਆ ਤੇ ਸਭ ਤੋਂ ਪਹਿਲੇ ਕੀ ਹੈਗਾ? ਪ੍ਰਾਰਥਨਾ, ਪਛਤਾਵਾ, ਉਹ ਸਿੱਖਣ ਜ਼ਰੂਰੀ। ਆਪਾਂ ਦੇਖਾਂਗੇ ਸਾਮ 51 ਦਾ ਕੀ ਕਹਿੰਦਾ ਹੈਗਾ? ਉਹਨਾਂ ਦੀ ਦਇਆ ਮੰਗਣੀ ਹੈ, ਉਹਨਾਂ ਦੀ ਆਪਣਾ
ਕੀ ਕਹਿੰਦੇ ਨੇ ਪਿਆਰ ਮੰਗਣਾ, ਉਹਨਾਂ ਦਾ ਰਸਤਾ ਮੰਗਣਾ। ਹਾਂਜੀ। हे परमेश्वर, अपनी करुणा के अनुसार मुझ पर अनुग्रह कर। ਆਪਣੀ ਕਰੁਣਾ के अनुसार ਜਿਹੜੀ ਮੈਂ ਚਾਹਨਾ ਤੂੰ ਮੇਰੇ ਇਦਾਂ ਮਦਦ ਕਰੋ, ਉਹ ਨਹੀਂ ਹੈ क्योंकि मैं पीछे रह जाऊंगा। अपनी करुणा के अनुसार मुझ पर दया कर। हाँ जी। अपनी बड़ी दया के अनुसार मेरे अपराधों को मिटा दे। जी आगे। मुझे भली भांति धोकर मेरा धर्म दूर दूर कर और मेरा पाप छुड़ा कर मुझे शुद्ध कर। देखो, भली भांति चंगी तरह मल मल के नवा दे, मेरी मैल धो दे, क्योंकि मेरी मैल ਜਿਹੜੀ ਹੈਗੀ ਹੈ ਉਹ ਮੇਰੇ ਜਿਸਮ ਦੇ ਏਡੀ ਏਡੀ ਮੋਟੀ ਚੜੀ ਹੈ। ਮੇਰੇ ਮਨ ਵਿੱਚ, ਮੇਰੇ ਦਿਮਾਗ ਵਿੱਚ ਜਿਹੜੀ ਈਰਸ਼ਾ ਹੈਗੀ, ਜਿਹੜਾ ਦੁਵੇਸ਼ ਹੈਗਾ, ਜਿਹੜਾ ਕਮੰਡੀਪਨ ਹੈਗਾ, ਜਿਹੜੀ ਦੁਸ਼ਟਤਾ ਹੈਗੀ ਹੈ, ਜਿਹੜੀ ਚੁਗਲੀ ਹੈਗੀ ਹੈ, ਉਹ ਬੜੀ ਵੱਡੀ ਚੜੀ ਹੈ। ਤੇ ਮੈਨੂੰ ਤੂੰ ਪਿਤਾ ਪਰਮੇਸ਼ਵਰ ਜੀ ਮਲ ਮਲ ਕੇ ਸਾਫ਼ ਕਰ। ਉਹ ਕਿਦੋਂ ਕਰਦੇ ਨੇ? ਜਦੋਂ ਆਪਾਂ ਜਾ ਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਆ। ਕਿਉਂ ਰੋਜ਼ ਤੁਹਾਡੇ ਨਾਲ ਦੱਸਦੇ ਆ ਕਿ ਪਰਮੇਸ਼ਵਰ ਆਪਣੇ ਆਪ ਨੂੰ ਤੁਹਾਡੇ ਤੇ ਇੰਪੋਜ਼ ਨਹੀਂ ਕਰਦੇ, ਥੋਪਦੇ ਨਹੀਂ ਨੇ ਆਪਣੇ ਉੱਪਰ, ਤੁਹਾਡੇ ਨਾਲ ਧੱਕਾ ਨਹੀਂ ਕਰਦੇ। ਜਦੋਂ ਅਸੀਂ ਸੱਚੇ ਮਨ ਦੇ ਨਾਲ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੇ ਪਿੱਛੇ ਚੱਲਣਾ ਚਾਹੁੰਦੇ ਆ, ਤੇ ਪਰਮੇਸ਼ਵਰ ਦੀ ਜਿਹੜੀ ਮਦਦ ਹੈਗੀ ਹੈ ਉਹ ਕੀ ਹੈਗੀ ਹੈ? ਹਮੇਸ਼ਾ ਸਾਡੇ ਨਾਲ ਹੈਗੀ ਹੈ। ਤੇ ਜਦੋਂ ਅਸੀਂ ਆਪਣਾ ਪਹਿਲਾ ਸਟੈਪ ਲੈ ਲਿਆ, ਪਛਤਾਵਾ ਕਰਕੇ ਪਰਮੇਸ਼ਵਰ ਨੂੰ ਕਿਹਾ ਕਿ ਪਰਮੇਸ਼ਵਰ ਮੈਂ ਤੁਹਾਡੇ ਕੋਲ ਆ ਗਿਆ ਵਾਂ, ਤੁਸੀਂ ਮੈਨੂੰ ਤਿਆਰ ਕਰੋ, ਤੁਸੀਂ ਮੇਰੀ ਬੁਰਾਈਆਂ ਤੋਂ ਮੈਨੂੰ ਛੁਟਕਾਰਾ ਦੇਣੀ, ਮੇਰੀ ਮਦਦ ਕਰਕੇ ਛੁਡਾਓ। ਫਿਰ ਪਰਮੇਸ਼ਵਰ ਅੱਗੇ ਹੀ ਕਹਿੰਦੇ ਨੇ ਬੜੀ ਖੂਬਸੂਰਤ, ਅੱਗੇ ਆਪਣੇ ਜੀਵਨ ਦਾ ਦੂਜਾ ਸਟੈਪ ਕੀ ਹੁੰਦਾ ਹੈ, ਉਹ ਜਰਮਾਇਆ 33:3 ਦੇਖਾਂਗੇ ਆਪਾਂ। ਉਹਦੇ ਪਰਮੇਸ਼ਵਰ ਕਹਿੰਦਾ ਕਿਹੜੀ ਗੱਲਾਂ ਹੈਗੀਆਂ ਨੇ ਜਦੋਂ ਤੂੰ ਮੇਰੇ ਸੇ ਪ੍ਰਾਰਥਨਾ ਕੀਤੀ ਹੈ ਤੇ ਅੱਗੇ ਮੈਂ ਤੇਰੇ ਵਾਸਤੇ ਵੇਖ ਕੀ ਕਰਨਾ। ਹਾਂਜੀ। यहोवा जो पृथ्वी का रचने वाला है, जो उसको स्थिर करता है, उसका नाम यहोवा है। वह ये कहता है, मुझसे प्रार्थना कर और मैं तेरी सुनकर तुझे बड़ी बड़ी और कठिन बातें बताऊंगा जिन्हें तू अभी नहीं समझता। मैं तेरी सुनकर मतलब असी मंगना है, तुझे कठिन और बड़ी बड़ी बातें बताऊंगा जिनको तू नहीं समझता। ऐस करके आप जे कहिए कि मनु तो मन तो भाई साहब सब पता लग गया, मनु हूं तो सिस्टर साहब मैं हूं तो सब ज्ञान हो गया मनु। यह सारा ज्ञान तो अथाह सागर है। आप बहुत सारे लोग जेडे हैगे आ जे ਉਹ ਸਮੁੰਦਰ ਦੇ ਆਪਣਾ ਪੈਰ ਹੀ ਰੱਖਿਆ ਜੇ ਉਹਦੇ ਚ। ਅਜੇ ਤਾਂ ਅੱਗੇ ਜਾਣਾ ਤਾਂ ਬਹੁਤ ਜ਼ਰੂਰੀ ਹੈ, ਬਹੁਤ ਦੂਰ ਹੈ, ਗਹਿਰਾਈ ਬਹੁਤ ਅੱਗੇ ਵੇ। ਪਰ ਜਿਹੜੀ ਮਨ ਦੀ ਇੱਛਾ ਹੈਗੀ ਹੈ, ਜਿਹੜੀ ਤੁਹਾਡੀ ਆਪਣੀ ਚਾਹ ਹੈਗੀ ਹੈ, ਜਿਹੜਾ ਤੁਸੀਂ ਖੁਦ ਕਰਨਾ ਚਾਹੁੰਦੇ ਹੋ, ਤਬਦੀਲੀ ਲੈ ਕੇ ਆਉਣਾ ਚਾਹੁੰਦੇ ਹੋ ਜੀਵਨ ਵਿੱਚ, ਉਹ ਕੀ ਕਹਿੰਦਾ ਹੈ? ਉਹ ਪਰਮੇਸ਼ਵਰ ਤੁਹਾਨੂੰ ਕਰੇਗਾ। ਉਹ ਕਹਿੰਦਾ ਕਿ ਆਈ ਵਿਲ ਸ਼ੋ ਯੂ ਦੋਜ਼ ਥਿੰਗਸ ਜਿਨ੍ਹਾਂ ਬਾਰੇ ਤੂੰ ਜਾਣਦਾ ਹੀ ਨਹੀਂ ਹੈਗਾ। ਉਸ ਤੋਂ ਬਾਅਦ ਅੱਗੇ ਕੀ ਕਹਿੰਦੇ ਨੇ ਕਿ ਮੇਰੀ ਯੋਜਨਾਵਾਂ ਤੁਹਾਡੇ ਵਾਸਤੇ ਕਿਹੜੀ ਹੈਗੀਆਂ ਨੇ? ਜਰਮਾਇਆ 29:11 ਪਿਤਾ ਪਰਮੇਸ਼ਵਰ ਕਹਿੰਦੇ ਨੇ ਉਹ ਤੈਨੂੰ ਸ਼ਾਂਤੀ ਦੇਣ ਦੀ ਹੈਗੀਆਂ ਨੇ, ਉਮੀਦ ਦੀ ਹੈਗੀਆਂ ਨੇ। ਹਾਂਜੀ। यहोवा यूं कहता है, बेबीलोन के 70 वर्ष पूरे होने पर मैं तुम्हारी सुधि लूंगा और अपना ये मन भावना वचन कि मैं तुम्हें इस स्थान में लौटा ले आऊंगा पूरा करूंगा, क्योंकि यहोवा की ये वाणी है कि जो कल्पनाएं मैं तुम्हारे विषय करता हूँ उन्हें मैं जानता हूँ, वे हानि की नहीं वरन कुशल ही की हैं, और अंत में तुम्हारी आशा पूरी करूंगा। तुम्हारी आशा को मैं पूरी करूंगा, परमेश्वर का वादा है। I will fulfill your hope. I will fulfill your desire. I will give you peace. बड़ी जगह ते अंग्रेजी च मे लिखिया, May the God bless you. पर जिथे will लिखिया उत्ते परमेश्वर दा वादा हैगा, कन्फर्म है कि मैं ना सिर्फ तुहानू वड्डियां वड्डियां गल्लां दसांगा, पर की है मैं तुहानू उनके बारे इधर आ जाऊँ
ਉਹ ਦੱਸਾਂਗਾ ਨਹੀਂ, ਸਿਰਫ ਉਹਨਾਂ ਬਾਰੇ ਤੁਹਾਨੂੰ ਤੁਹਾਡੀ ਉਮੀਦ ਨੂੰ ਕੀ ਹੈ ਪੂਰੀਆਂ ਕਰਾਂਗਾ। ਉਸ ਤੋਂ ਬਾਅਦ ਆਪਾਂ ਚੱਲਾਂਗੇ ਰੋਮਨਸ 10:9। ਇਫ ਯੂ ਕਨਫੈਸ ਵਿਦ ਯੂਰ ਮਾਊਥ the Lord Jesus and believe in your heart that God has raised him from the dead, you will be saved. यदि तू अपने मुंह से यीशु को प्रभु जानकर अंगीकार करे और अपने मन में विश्वास करे कि परमेश्वर ने उसे मरे हुओं में से जिलाया, तो तू निश्चय उद्धार पाएगा। ਬਹੁਤ ਸਾਰੇ ਲੋਕ ਜਦੋਂ ਤੁਸੀਂ ਜਾਂ ਮੈਂ ਕਿਸੇ ਨੂੰ ਗਵਾਹੀ ਦਿੰਦੇ ਆ, ਪਰਮੇਸ਼ਵਰ ਦਾ ਨਾਮ ਜਿਸ ਤੱਕ ਚੱਲਦਾ ਰਹਿੰਦਾ ਹੈ ਤਾਂ ਤੱਕ ਉਹ ਥੋੜਾ ਤੁਹਾਡੇ ਗੱਲਾਂ ਵੱਲ ਧਿਆਨ ਦਿੰਦੇ ਨੇ, ਪਰ ਜਦੋਂ ਆਪਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਆ ਉੱਥੇ ਉਹ ਰੁਕ ਜਾਂਦੇ ਨੇ। ਤੇ ਕਈ ਵਾਰ ਕਈ ਜਿਹੜੇ ਮਸੀਹ ਲੋਕ ਜਿਹੜੇ ਗਲਤੀ ਕਰਦੇ ਨੇ, ਉਹ ਕਹਿੰਦੇ ਨੇ ਇਹਨਾਂ ਨੂੰ ਰੋਕੋ ਨਾ, ਇਹਨਾਂ ਨੂੰ ਜਿੰਦਾ ਅੱਜ ਸਮਝਦੇ ਨੇ ਉਹਨਾਂ ਨੂੰ ਸਮਝਣ ਲੈਣ ਦਿਓ, ਪਰ ਨਹੀਂ। ਪਿਤਾ ਪਰਮੇਸ਼ਵਰ ਨੇ ਜਿਹੜੀ ਯੋਜਨਾ ਜਿਵੇਂ ਬਣਾਈ ਹੈ, ਜਿਹੜਾ ਰਸਤਾ ਸਾਨੂੰ ਜਿਵੇਂ ਦੱਸਿਆ ਹੈਗਾ, ਅਸੀਂ ਉਹ ਰਸਤਾ ਉਵੇਂ ਹੀ ਬਿਆਨ ਕਰਨਾ ਹੈ ਅੱਗੇ। ਜੇ ਪ੍ਰਭੂ ਨੇ ਪਰਮੇਸ਼ਵਰ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਬਿਨਾ ਕੋਈ ਮੇਰੇ ਕੋਲ ਨਹੀਂ ਆ ਸਕਦਾ, ਤੇ that is confirm, that is period, ਉਹਦੇ ਕੋਈ ਇਫ ਜਾਂ ਬਟ ਨਹੀਂ ਹੈ। ਐਸ ਕਰਕੇ ਜੇ ਆਪਾਂ ਕਿਸੇ ਨੂੰ ਅੱਧਾ ਵਚਨ ਦਿੰਦੇ ਆ ਤੇ ਨਾ ਤਾਂ ਉਹ ਕੰਮ ਕਰੇਗਾ ਤੇ ਅਸੀਂ ਉਹਦੇ ਜਵਾਬਦਾਰ ਹੈਗੇ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਜੇ ਇਹਨੂੰ ਇਹ ਸਾਰੀ ਗੱਲਾਂ ਦੱਸ ਦਵਾਂਗਾ ਤੇ ਇਹ ਫਿਰ ਆਊਗਾ ਨਹੀਂ, ਮੈਂ ਇਹਨੂੰ ਕੀ ਕਰਾਂਗਾ, ਹੌਲੀ ਹੌਲੀ ਕਰਕੇ ਦੱਸੂਗਾ। ਅੱਜ ਕੱਲ੍ਹ ਬੜੇ ਸਾਰੇ ਜਿਹੜੇ ਪ੍ਰਚਾਰ ਹੁੰਦੇ ਨੇ, ਉਹਨਾਂ 'ਚ ਬਹੁਤ ਸਾਰੇ ਜਿਹੜੇ ਟੌਪਿਕ ਨੇ ਪਰਮੇਸ਼ਰ ਦੇ ਵਚਨ ਵਿੱਚ ਜ਼ਰੂਰੀ ਟੌਪਿਕ, ਜਿੰਦੇ 'ਚ ਕੀ ਹੈਗਾ, ਰਿਪੈਂਟੈਂਸ ਦਾ, ਪਛਤਾਵੇ ਦਾ। ਦੂਸਰਾ ਆਪਣੀ ਸਲੀਬ ਰੱਬ ਦੇ ਪਿੱਛੇ ਲੈ ਕੇ ਚੱਲਣ ਦਾ, ਟੇਕ ਅਪ ਯੂਰ ਕ੍ਰਾਸ ਐਂਡ ਵਾਕ ਵਿਦ ਹਿਮ ਐਵਰੀ ਡੇ। ਤੀਸਰਾ ਜਿਹੜਾ ਪਰਮੇਸ਼ਵਰ ਜਿਹੜੀ ਸਾਡੀ ਖੁਆਇਸ਼ਾਂ ਪੂਰੀ ਕਰਦਾ ਹੈ, he is more concerned about our spirit than our body। ਲੋਕੀ ਉਹ ਗੱਲਾਂ ਕਰਨਾ ਪਸੰਦ ਨਹੀਂ ਕਰਦੇ, ਪ੍ਰਚਾਰ ਵੀ ਨਹੀਂ ਕਰਦੇ, ਕਹਿੰਦੇ ਨੇ ਕੱਲ ਤੋਂ ਪਬਲਿਕ ਘੱਟ ਆਏਗੀ। ਫਿਰ ਪਰਮੇਸ਼ਵਰ ਦੇ ਕੋਲ ਪਬਲਿਕ ਦੀ ਲੋੜ ਨਹੀਂ ਹੈ, ਪਰਮੇਸ਼ਵਰ ਦਾ ਤੁਹਾਨੂੰ ਬੇਟੇ ਦੇ ਬੇਟੀਆਂ ਬਣਾਉਂਦਾ ਹੈ। ਆਮੇਨ। ਹਜੂਮ ਦੀ ਲੋੜ ਨਹੀਂ ਹੈ, ਕਰਾਊਡ ਦੀ ਲੋੜ ਨਹੀਂ ਹੈ। ਜਿਵੇਂ ਅਸੀਂ ਅੱਜ ਤੋਂ 2 ਦਿਨ ਪਹਿਲੇ ਅੰਨਿਆਂ ਦਾ ਦੇਖਿਆ ਸੀ, there was a multitude of people walking along with Christ, but did they receive anything? Very few received। ਉਹ ਅੰਨੇ ਜਿਹੜੇ ਅਨਐਜੂਕੇਟਿਡ ਨੇ, ਜਿਹੜੇ ਸੋਸਾਇਟੀ ਦੇ, ਸਮਾਜ ਦੇ ਸਭ ਤੋਂ ਛੋਟਾ ਤਬਕਾ ਹੈ, ਜਿਨ੍ਹਾਂ ਨੂੰ ਇੰਨਾ ਹੁਕਮ ਨਹੀਂ। ਉਹ ਜਦੋਂ ਉਸ ਟਾਈਮ ਜਦੋਂ ਚੱਲਦੇ ਸੀ ਤੇ ਆਵਾਜ਼ ਲਗਾ ਕੇ ਚੱਲਦੇ ਸੀ ਵੀ ਅੰਨਾ ਆ ਰਿਹਾ, ਕਿਉਂਕਿ ਉਹ ਗਰੀਬ ਹੁੰਦੇ ਸੀ, ਉਹਨਾਂ ਦੇ ਕੱਪੜੇ ਗੰਦੇ ਹੁੰਦੇ ਸੀ ਤੇ ਚਿੱਟੇ ਕੱਪੜੇ ਵਾਲੇ ਉਹਨਾਂ ਤੋਂ ਪਿੱਛੇ ਰਹਿੰਦੇ ਸੀ। ਤੇ ਜਦੋਂ ਆਵਾਜ਼ ਮਾਰੀ ਅੰਨੇ ਨੇ ਤੇ ਆਸ-ਪਾਸ ਦੇ ਲੋਕਾਂ ਨੇ ਕਿਹਾ ਚੁੱਪ ਕਰ ਜਾ, ਕਿਉਂ ਰੋਲਾ ਪਾਈ ਜਾਂਦਾ। ਪਰ ਉਹਨੂੰ ਕੀ ਸੀ, ਅੰਨੇ ਨੂੰ ਵਿਸ਼ਵਾਸ ਸੀ ਕਿ ਅੱਜ ਦਾ ਦਿਨ ਮੇਰੇ ਵਾਸਤੇ ਹੈਗਾ, ਕੱਲ ਦਾ ਦਿਨ ਤੁਹਾਨੂੰ ਨਹੀਂ ਪਤਾ ਤੁਹਾਡੇ ਜੀਵਨ ਵਿੱਚ ਹੈਗਾ, ਮੈਨੂੰ ਨਹੀਂ ਪਤਾ ਮੇਰੇ ਜੀਵਨ ਵਿੱਚ ਹੈਗਾ। This is the day that the Lord has made, we will rejoice and be glad in it। Amen। आज का दिन यहोवा ने बनाया है, हम उसमें क्या हो, आनंदित हों। ਆਪਾਂ ਪੁਰਾਣੇ ਨਿਯਮ ਹੀ ਚੱਲਾਂਗੇ, ਇਜ਼ੀਕੀਅਲ ਦੀ ਆਪਣਾ ਪੁਸਤਕ ਹੀ ਦੇਖਾਂਗੇ ਕਿਵੇਂ ਪਰਮੇਸ਼ਵਰ ਨੇ ਬਾਰ-ਬਾਰ ਨਵੇਂ ਨਿਯਮ ਵਿੱਚ, ਪੁਰਾਣੇ ਨਿਯਮ ਵਿੱਚ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਮੂਰਤਾਂ ਤੋਂ ਛੁਡਾਓ। ਨਵੇਂ ਨਿਯਮ ਵਿੱਚ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਭਰਾ ਤੇ ਭਰਾ ਹੀ ਲੜਾਈ ਕਰਾਉਣ ਵਾਸਤੇ ਆਇਆ, ਪਿਓ ਦੇ ਬੇਟੇ ਲੜਾਈ ਕਰਾਉਣ ਵਾਸਤੇ। ਬਹੁਤ ਸਾਰੇ ਲੋਕ ਕਿਉਂਕਿ ਸਮਝਦੇ ਨਹੀਂ, ਐਸ ਕਰਕੇ ਠੋਕਰ ਖਾਂਦੇ ਨੇ। ਪਰ ਉਹ ਕੀ ਕਹਿਣਾ ਚਾਹੁੰਦੇ ਸੀ, ਉਹ ਕਹਿਣਾ ਚਾਹੁੰਦੇ ਸੀ ਕਿ ਜੇ ਤੁਸੀਂ ਆਪਣੇ ਭਰਾ ਨੂੰ ਮੇਰੇ ਤੋਂ ਵੱਧ ਕੇ ਆਪਣੇ ਇੰਪੋਰਟੈਂਸ ਦਿੰਦੇ ਹੋ,
ਜੇ ਤੁਸੀਂ ਆਪਣੀ ਵਾਈਫ ਨੂੰ ਮੇਰੇ ਤੋਂ ਵੱਧ ਕੇ ਦਿੰਦੇ ਹੋ, ਜੇ ਤੁਸੀਂ ਆਪਣੇ ਕੰਮ ਨੂੰ ਮੇਰੇ ਤੋਂ ਵੱਧ ਕੇ ਦਿੰਦੇ ਹੋ, ਤੇ ਉਹ ਤੁਹਾਡੇ ਵਾਸਤੇ ਕੀ ਹੈ? ਮੂਰਤੀ ਦੇ ਬਰਾਬਰ। ਪੁਰਾਣੇ ਨਿਯਮ ਨਵਾਂ ਨਿਯਮ ਸੇਮ ਹੈਗਾ। ਨਵਾਂ ਨਿਯਮ ਥੋੜਾ ਕਠਿਨ ਹੋ ਗਿਆ। ਕਠਿਨ ਕਿਵੇਂ ਹੋ ਗਿਆ? ਕਿ ਪੁਰਾਣੇ ਨਿਯਮ ਸੀ, ਜੇ ਤੂੰ ਕਿਸੇ ਦੇ ਨਾਲ व्यभिचार करे, जे किसी तू गंदा काम करे, शारीरिक काम करे, तो तू कसूरवार है। नवे नियम विच प्रभु यीशु मसीह ने की किया? जे तू किसी ਨੂੰ गंदी निगाह नाल देखे ਤਾਂ तू ही काम ਕੀਤਾ ਜਿਹੜਾ कि शारीरिक ਕਰਨ ਦੇ बराबर है। ਤੇ परमेश्वर ਸਾਨੂੰ बार-बार ਬਚਾਉਂਦਾ है, छुड़ाना चाहता है, ਸਾਨੂੰ ਅਗਾਹ ਕਰਾਉਂਦਾ है। ਕੀ ਕਹਿੰਦਾ है? पढ़ दो ਤੁਸੀਂ प्लीज। वे वहां पहुंचकर उस देश की सब घृणित मूर्तें और सब घृणित काम भी उसमें से दूर करेंगे। मैं उनका हृदय एक कर दूंगा और उनके भीतर एक नई आत्मा उत्पन्न करूंगा। ਉਹ ਕਹਿੰਦੇ ਨੇ ਜਦੋਂ ਤੁਸੀਂ ਉੱਥੇ ਜਾਓ ਤੇ ਉਹਨਾਂ ਵਰਗੇ ਮੂਰਤੀ ਪੂਜਕ ਨਾ ਬਣਨਾ। ਹੁਣ ਅੱਜ ਕੱਲ ਬਹੁਤ ਸਾਰੀ ਦੁਨੀਆ ਚਾਹੁੰਦੀ ਹੈ ਵੀ ਕੈਨੇਡਾ, ਅਮਰੀਕਾ ਇਹਨਾਂ ਥਾਵਾਂ 'ਚ ਆ ਜਾਣ। ਉਹ ਚਾਹੁੰਦੇ ਨੇ ਇੱਥੇ ਆ ਕੇ ਕੀ ਹੈਗਾ? ਤਰੱਕੀ ਹੀ ਤਰੱਕੀ ਹੈ, ਡਾਲਰ ਹੀ ਡਾਲਰ ਨੇ, ਪੈਸਾ ਹੀ ਪੈਸਾ ਹੈ। ਪਰ ਕੀ ਹੈਗਾ? ਉਨਾ ਹੀ ਜ਼ਿਆਦਾ ਸ਼ੈਤਾਨ ਦਾ ਕੰਮ ਹੈਗਾ। ਤੁਸੀਂ ਕਹੋਗੇ ਐਵੇਂ ਡਰਾਉਣ ਵਾਲੇ ਗੱਲਾਂ ਕਰਦਾ ਹੈ। ਠੀਕ ਗੱਲ ਹੈ। ਅੱਜ ਕੱਲ ਸਾਰੇ ਪਾਸੇ ਇੰਟਰਨੈਟ ਕਰਕੇ, ਮੀਡੀਆ ਕਰਕੇ, ਵੀਡੀਓ ਗੇਮਸ ਕਰਕੇ ਸਾਰੀ ਜਗ੍ਹਾ ਤੇ ਸ਼ੈਤਾਨ ਦਾ ਰਾਜ ਹੈ। ਅੱਗੇ ਲੋਕੀ ਤਰੀਕੇ ਨਾਲ ਵਾਲ ਵਾਂਦੇ ਸੀ, ਦੇਖਦੇ ਸੀ ਕੰਨਾਂ ਦੇ ਉੱਪਰ ਨਾ ਹੋਣ, ਮੈਂ ਜਰਾ ਸਾਫ ਸੁਥਰਾ ਨਜ਼ਰ ਆਵਾਂ। ਅੱਜ ਕੱਲ ਸਪਾਈਕ ਆ ਗਿਆ, ਉਹ ਤੇਲ ਲਾ ਕੇ ਵਾਲਾਂ ਨੂੰ ਸਿੱਧਾ ਕਰ ਲੈਂਦੇ ਨੇ। ਅੱਗੇ ਲੋਕੀ ਕਹਿੰਦੇ ਸੀ ਮਾੜੀ ਜੀ ਪੈਂਟ ਨੂੰ ਖੂੰਗੀ ਲੱਗ ਜਾਵੇ ਤੇ ਮੈਂ ਕੋਈ ਦੇਖ ਕੇ ਮੈਨੂੰ ਕੀ ਕਹੇਗਾ ਕਿ ਮੈਂ ਪਾਰਟੀ ਪੈਂਟ ਪਾਈ ਫਿਰਨਾ। ਅੱਜ ਕੱਲ ਸਪੈਸ਼ਲੀ ਜਾ ਕੇ ਕਹਿੰਦੇ ਨੇ ਲਕੀਰਾਂ ਮਾਰੀ ਹੋਈਆਂ, ਗੋਡੇ ਤੋਂ ਇੰਨਾ ਵੱਡਾ ਛੇਕ ਕਰਾ ਕੇ ਕਹਿੰਦੇ ਨੇ ਇਹ ਕੀ ਹੈ? ਇਹ ਵਾਲੀ ਪੈਂਟ ਪਾਣੀ ਹੈ। ਕਿਹੜੇ ਪਾਸੇ ਜਾ ਰਹੇ ਹਾਂ ਅਸੀਂ? ਅੱਗੇ ਹੁੰਦਾ ਸੀ ਲੋਕੀ ਕਹਿੰਦੇ ਰੇਡੀਓ ਲਾਉਂਦੇ ਸੀ ਤੇ ਮਾਂ-ਬਾਪ ਕਹਿੰਦੇ ਸੀ ਓਨਾ ਉੱਚਾ ਲਾਓ ਜਿੰਨਾ ਤੁਹਾਡੇ ਕਮਰੇ ਤੱਕ ਆਵਾਜ਼ ਰਵੇ। ਦੁਨੀਆ ਨੂੰ ਥੋੜੀ ਸੁਣਾਣਾ, ਤੁਸੀਂ ਆਪ ਸੁਣਨਾ। ਪਰ ਅੱਜ ਕੱਲ ਕੀ ਹੈ? ਫੁੱਲ ਬਲਾਸਟ। ਕਾਰਾਂ ਵਿੱਚ ਲੋਕਾਂ ਨੇ ਆਪਣੇ ਟਰੰਕ ਵਿੱਚ ਵੱਡੇ ਸਪੀਕਰ ਲਾਏ ਨੇ, ਲੋਕਾਂ ਨੂੰ ਮੁਫਤ ਵਿੱਚ ਗਾਣੇ ਸੁਣਾਈ ਜਾਂਦੇ ਨੇ। ਇਸ ਕਰਕੇ ਅੱਗੇ ਲੋਕੀ ਕਹਿੰਦੇ ਸੀ ਬਈ ਇੱਕ ਅੱਛੇ ਤਰ੍ਹਾਂ ਦੇ ਕੱਪੜੇ ਪਾਓ। ਅੱਜ ਕੱਲ ਜੋ ਪਾ ਲਓ ਉਹ ਸੱਚ। ਅੱਗੇ ਹਰ ਬੰਦਾ ਕਹਿੰਦਾ ਸੀ ਮਾੜਾ ਜਿਹਾ ਮੇਰੇ ਵਾਲ ਜਿਹੜੇ ਚਿੱਟੇ ਹੋ ਗਏ ਜਾਂ ਦੂਜਾ ਰੰਗ ਹੋ ਗਿਆ ਤੇ ਫਟਾਫਟ ਰੰਗ ਕਰ ਲੈਂਦੇ ਸੀ। ਅੱਜ ਕੱਲ ਲੋਕੀ ਸਤਰੰਗੇ ਵਾਲ ਕਰਾਈ ਫਿਰਦੇ ਨੇ। ਕੀ ਹੈਗਾ? ਅਸੀਂ ਜੋ ਚੀਜ਼ਾਂ ਸਾਡੇ ਲਾਭ ਦੇ ਵਾਸਤੇ ਸੀਗੀਆਂ ਉਹਨਾਂ ਨੂੰ ਅਸੀਂ ਆਪਣੇ ਹਾਨੀ ਵਾਸਤੇ ਬਣਾਈ ਜਾਂਦੇ ਹਾਂ। ਉਹ ਸੇਮ ਕੰਮ ਕੀ ਹੈ? ਉਹ ਸਾਡੇ ਦਿਲਾਂ ਦੇ ਅੰਦਰ ਵੀ ਉਹ ਸੇਮ ਚੱਲ ਰਿਹਾ। ਤਾਈਓ ਅੱਜ ਕੱਲ ਬੱਚੇ ਜਿਹੜੇ ਹੈਗੇ ਨੇ ਮਾਂ ਪਿਓ ਦੀ ਨਹੀਂ ਸੁਣਦੇ। ਤਾਈਓ ਛੋਟੀ ਛੋਟੀ ਉਮਰ ਦੀ ਜਿਹੜੀ ਬੇਟੇ ਦੇ ਬੇਟੀ ਹੈਗੀਆਂ ਨੇ ਉਹ ਬਾਪ ਬਣ ਜਾਂਦੇ ਨੇ ਜਦੋਂ ਉਹਨਾਂ ਨੂੰ ਬਾਪ ਬਣਨ ਦਾ ਮਤਲਬ ਨਹੀਂ ਪਤਾ। ਤਾਈਓ ਬਹੁਤ ਸਾਰੇ ਲੜਕਿਆਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਪਹਿਲਾ ਬੱਚਾ ਕਿੰਨੇ ਤੋਂ ਹੋਇਆ ਤੇ ਦੂਜਾ ਕਿੰਨੇ ਤੋਂ ਹੋਇਆ ਤੇ ਤੀਜਾ ਕਿੰਨੇ ਤੋਂ ਹੋਇਆ। ਜਦੋਂ ਮੈਂ ਨਵਾਂ ਕੈਨੇਡਾ 'ਚ ਆਇਆ ਤੇ ਇੱਕ ਵਾਰ ਮੈਂ ਬੈਂਕ ਗਿਆ ਤਾਂ ਉੱਥੇ ਉਹਨਾਂ ਨੇ ਇੱਕ ਪੋਸਟਰ ਲਗਾਇਆ ਸੀ ਵੀ ਸਿੰਗਲ ਮੌਮ ਵਾਸਤੇ ਪੈਸੇ ਇਕੱਠੇ ਕਰਦੇ ਪਏ ਨੇ। ਮੈਂ ਕਦੇ ਸੁਣਿਆ ਨਹੀਂ ਸੀ, ਮੈਨੂੰ ਪਤਾ ਨਹੀਂ ਸੀ। ਤੇ ਫਿਰ ਜਦੋਂ ਮੈਂ ਪਤਾ ਕੀਤੀ ਤੇ ਹੁਣ ਨਾਰਥ ਅਮਰੀਕਾ ਵਿੱਚ ਹਰ ਸਾਲ ਜਿਹੜੇ ਸਿੰਗਲ ਪੇਰੈਂਟਸ ਦੀ ਜਿਹੜੀ ਤਾਦਾਦ ਹੈਗੀ ਹੈ ਉਹ ਤੇਜ਼ੀ ਨਾਲ ਵੱਧ ਰਹੀ ਹੈ। ਪਰਿਵਾਰਿਕ ਸੰਬੰਧ ਜਿਹੜੇ ਹੈਗੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ।
ਅੱਗੇ ਮਕਾਨ ਹੁੰਦੇ ਸੀ 4-4 5-5 ਕਮਰੇ ਹੁੰਦੇ ਸੀ ਕਿਉਂਕਿ ਜੁਆਇੰਟ ਫੈਮਲੀਆਂ ਹੁੰਦੀਆਂ ਸੀ। ਹੁਣ ਸਾਰੇ ਜਿਹੜੇ ਮਕਾਨ ਬਣ ਰਹੇ ਨੇ, ਕੌਂਡੋ ਬਣ ਰਹੇ ਨੇ, ਉਹ 1 ਰੂਮ ਅਪਾਰਟਮੈਂਟ ਹੈਗੇ ਨੇ ਕਿਉਂਕਿ ਇੱਕੋ ਬੰਦੇ ਦੇ ਰਹਿਣ ਦਾ ਕੰਮ ਹੈ। ਮੈਂ ਇੱਕ ਪਾਸਟਰ ਨੂੰ ਜਾਣਨਾ, ਉਹ ਉਹਨਾਂ ਕੋਲ ਮੈਰਿਜ ਕਰਾਉਣ ਦਾ ਸਰਟੀਫਿਕੇਟ ਸੀਗਾ। ਉਹ ਕਹਿੰਦੇ ਜਿੰਨੇ ਲੋਕ ਮੇਰੇ ਕੋਲ ਸ਼ਾਦੀ ਕਰਾਉਣ ਆਉਂਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਵਾ, ਹਾਊ ਲੌਂਗ ਯੂ ਪਲਾਨ ਟੂ ਸਟੇ ਮੈਰਿਡ, ਤੁਸੀਂ ਕਿੰਨੀ ਦੇਰ ਤੱਕ ਸ਼ਾਦੀशुदा ਜੀਵਨ ਵਿੱਚ ਰਹਿਣਾ ਸੋਚਦੇ ਰਹੋਗੇ? ਉਹ ਕਹਿੰਦਾ 90% ਨੂੰ ਉਹਨਾਂ ਦਾ ਜਵਾਬ ਨਹੀਂ ਪਤਾ, ਉਹਨਾਂ ਨੇ ਸੋਚਿਆ ਹੀ ਨਹੀਂ। ਉਹਨਾਂ ਨੇ ਸਿਰਫ ਅੱਜ ਦਾ ਸੋਚਿਆ ਬਸ। ਤੇ ਹੁਣ ਕੀ ਵੱਧ ਗਿਆ, ਹੁਣ ਤਾਂ ਉਹ ਵੀ ਸਕੀਮ ਖਤਮ ਹੋ ਗਈ। ਅੱਜ ਕੱਲ ਕੀ ਹੈ, ਉਹਨੂੰ ਕੀ ਕਹਿੰਦੇ ਨੇ, ਆਪਣਾ ਇਕੱਠੇ ਰਹਿਣ ਦਾ ਰਿਲੇਸ਼ਨਸ਼ਿਪ ਲਿਵਿੰਗ ਚਾਲੂ ਹੋ ਗਈ ਹੈ। ਇਹਨੂੰ ਕੀ ਆਪਾਂ ਪੁਰਾਣੇ ਬਜ਼ੁਰਗ ਕੀ ਕਹਿੰਦੇ, ਇਹਨੂੰ ਬਦਕਾਰੀ ਕਹਿੰਦੇ ਨੇ, ਵੈਭਿਚਾਰ ਕਹਿੰਦੇ ਨੇ। ਲੜਕਾ ਲੜਕੇ ਦੇ ਨਾਲ ਰਹਿ ਰਿਹਾ, ਲੜਕੀ ਲੜਕੀ ਦੇ ਨਾਲ ਰਹਿ ਰਹੀ ਹੈ। ਲੜਕਾ ਕਹਿੰਦਾ ਮੈਂ ਲੜਕੀ ਹਾਂ, ਲੜਕੀ ਕਹਿੰਦੀ ਹੈ ਮੈਂ ਲੜਕਾ ਹੈਗਾ ਵਾ। ਅੱਗੇ चलो, ਅੱਗੇ ਵਧਾਈਏ ਇਹਨੂੰ। मैं उनका हृदय एक कर दूंगा और उनके भीतर नई आत्मा उत्पन्न करूंगा और उनकी देह में से पत्थर का सा हृदय निकालकर उन्हें मांस का हृदय दूंगा, जिससे वे मेरी विधियों पर नित्य चला करें और मेरे नियमों को माने, और वे मेरी प्रजा ठहरेंगे और मैं उनका परमेश्वर ठहरूंगा। परंतु वे लोग जो अपनी घृणित मूर्तों और घृणित कामों में मन लगाकर चलते रहते हैं, उनको मैं ऐसा करूंगा कि उनकी चाल उन्हीं के सिर पर पड़ेगी। प्रभु यहोवा की यही वाणी है। ਰੱਬ ਕਹਿੰਦਾ ਮੈਂ ਤੁਹਾਨੂੰ ਇੱਕ ਨਵਾਂ ਦਿਲ ਦਵਾਂਗਾ। ਤੁਸੀਂ ਕਹੋਗੇ ਜੀ ਮੇਰੇ ਪੁਰਾਣੇ ਦਿਲ ਦਾ ਕੀ ਕਮੀ ਹੈ? ਸਾਰੀ ਕਮੀ ਹੈ। ਪਰਮੇਸ਼ਵਰ ਕਹਿੰਦਾ ਮੈਂ ਤੁਹਾਡਾ ਪੱਥਰ ਦਾ ਦਿਲ ਨਿਕਾਲ ਦਾਂਗਾ। ਤੁਸੀਂ ਕਹੋਗੇ ਮੇਰਾ ਤਾਂ ਪੱਥਰ ਦਾ ਦਿਲ ਹੈ ਹੀ ਨਹੀਂ। ਮੇਰੇ ਅੰਦਰ ਪੱਥਰ ਦਾ ਦਿਲ ਕਿਵੇਂ ਹੋ ਸਕਦਾ ਹੈ? ਮਾਸ ਦਾ ਦਿਲ ਹੈਗਾ, ਪਰ ਉਹ ਕੰਮ ਪੱਥਰ ਦੇ ਦਿਲ ਵਾਲੇ ਕਰਦਾ ਹੈ, ਜਿਹੜੀ ਗੱਲਾਂ ਦਾ ਹੁਣੇ ਬਿਆਨ ਦਿੱਤਾ ਹੈ। ਇਸ ਕਰਕੇ ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਕਿਹੜਾ ਦਿਲ ਦਵਾਂਗਾ? ਉਹ ਦਿਲ ਦਵਾਂਗਾ ਜਿਹੜਾ ਕਿ ਮੇਰੀਆਂ ਗੱਲਾਂ ਨੂੰ ਸਮਝ ਸਕੇਗਾ। ਉਹ ਦਿਲ ਦਵਾਂਗਾ ਜਿਹੜਾ ਕਿ ਸੰਸਾਰ ਦੀ ਬਦਕਾਰੀਆਂ ਤੋਂ, ਸੰਸਾਰ ਦੇ ਪਾਪਾਂ ਤੋਂ, ਸੰਸਾਰ ਦੀਆਂ ਬੁਰੀਆਂ ਗੱਲਾਂ ਤੋਂ ਦੂਰ ਹੋਏਗਾ। And I will put a new spirit within them. They may walk in my statutes and keep my judgment. ਹੁਣੇ ਦੇਖੋ ਇੱਕ ਸਕਿੰਟ ਪਹਿਲਾਂ ਤੁਹਾਨੂੰ ਮੈਂ ਕੀ ਕਿਹਾ ਸੀ। So many places God ਕਹਿੰਦਾ they may walk in my statutes, ਕਿਉਂਕਿ ਰੱਬ ਨੂੰ ਪਤਾ ਹੈ ਜ਼ਰੂਰੀ ਨਹੀਂ ਹੈ ਇਹਨਾਂ ਦਿਲ ਬਦਲਣ ਤੋਂ ਬਾਅਦ ਫਿਰ ਪੱਥਰ ਦਾ ਕਰ ਲੈਣਗੇ। ਉੱਪਰ ਅਸੀਂ ਕੀ ਕੀਤਾ ਸੀ, ਜਦੋਂ ਅਸੀਂ ਰਿਪੈਂਟ ਕਰਨੇ ਆ ਤੇ ਪਰਮੇਸ਼ਵਰ ਕਹਿੰਦਾ ਜੋ ਯੋਜਨਾ ਮੈਂ ਤੇਰੇ ਲਈ ਬਣਾਈ ਹੈ ਉਹ ਯੋਜਨਾ ਕਿਹੜੀ ਹੈ? ਭਲਾਈ ਕੀ ਹੈ, ਕਨਫਰਮ ਹੈ, ਪੱਥਰ ਤੇ ਲਕੀਰ ਹੈ। ਪਰ ਇੱਥੇ ਰੱਬ ਕੀ ਕਹਿੰਦਾ, ਜਦੋਂ ਮੈਂ ਤੈਨੂੰ ਪੱਥਰ ਦਾ ਤੇਰਾ ਦਿਲ ਬਦਲਾਂਗਾ, ਜ਼ਰੂਰੀ ਨਹੀਂ ਹੈ ਤੂੰ ਉਦੋਂ ਹੀ ਬੰਦਾ ਬਣ ਜਾਏਗਾ। ਹੋ ਸਕਦਾ ਤੂੰ ਉਦੋਂ ਵੀ ਮੇਰੇ ਹੁਕਮਾਂ ਤੇ ਨਾ ਚੱਲੇ, ਤੂੰ ਛੇਤੀ ਉਹਨੂੰ ਪੱਥਰ ਦਾ ਕਰ ਲਵੇਂ, ਕਿਉਂਕਿ ਮੈਂ ਤੈਨੂੰ ਛੂਟ ਦਿੱਤੀ ਹੈ। May walk in my statutes and keep my judgments to do them, and you shall be my people and I will be your God. Amen. ਅਸੀਂ ਕੀ ਆਪਣਾ ਟੌਪਿਕ ਕੀ ਹੈ? ਰੂਹਾਨੀ ਚਾਲ ਕਿਵੇਂ ਚੱਲਣਾ ਹੈ। ਰੂਹਾਨੀ ਚਾਲ ਕੀ ਹੈ? ਜਦੋਂ ਅਸੀਂ ਪਰਮੇਸ਼ਵਰ ਦੀ ਗੱਲਾਂ ਨੂੰ ਮੰਨਾਂਗੇ। ਰੂਹਾਨੀ ਚਾਲ ਕੀ ਹੈ? ਜੇ ਸਾਡੀ ਜਿਹੜੀ ਆਪਣਾ ਰੋਜ਼ ਦਾ ਚਾਲ ਚੱਲਣ ਹੈਗਾ ਉਹ ਪਰਮੇਸ਼ਵਰ ਦੇ ਗ੍ਰਹਿਣ ਯੋਗ ਹੈਗਾ। ਉਹ ਰੂਹਾਨੀ ਚਾਲ ਕਿਹੜੀ ਹੈ? ਜਿਹੜੀ ਆਮ ਸੰਸਾਰੀ ਲੋਕਾਂ ਨੂੰ ਚੀਜ਼ਾਂ ਪਸੰਦ ਨੇ ਉਹ ਤੁਹਾਨੂੰ ਨਹੀਂ ਪਸੰਦ। Those are the things God is looking for in you and me. Those are the God who is looking for ਜਿਹੜੇ ਉਹਨਾਂ ਦੇ ਬੇਟੇ ਤੇ ਬੇਟੀਆਂ ਨੇ। ਜਿਵੇਂ ਤੁਹਾਨੂੰ ਉਹਨੇ ਮੈਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਪਰਮੇਸ਼ਵਰ ਦਾ ਨਾਮ ਲੈਂਦੇ ਹਾਂ ਤਾਂ ਤੱਕ ਲੋਕੀ ਸੁਣਦੇ ਰਹਿੰਦੇ ਨੇ, ਪਰ ਜਦੋਂ ਮਸੀਹ ਦਾ ਨਾਮ ਲੈਂਦੇ ਆ
ਤੇ ਲੋਕਾਂ ਨੂੰ ਕੁਐਸਚਨ ਮਾਰਕ ਪੈਦਾ ਹੋ ਜਾਂਦਾ ਹੈ। ਪਰ ਮਸੀਹ ਨੇ ਕੀ ਕੀਤਾ ਆਪਾਂ ਉਹ ਦੇਖਾਂਗੇ ਹੁਣ। ਉਹਨਾਂ ਨੇ ਉਹ ਕੰਮ ਕੀਤਾ ਜਿਹੜਾ ਕਿ ਇਨਸਾਨ ਦੀ ਸੋਚ ਤੋਂ ਬਾਹਰ ਹੈਗਾ। ਆਪਾਂ ਦੇਖਾਂਗੇ ਫਿਲਿਪੀਅਨ 2 ਦਾ 5 ਤੋਂ 7 ਇੱਕ ਇੱਕ ਕਰਕੇ ਪੜਾਂਗੇ। ਉਹ ਕੀ ਕਹਿੰਦਾ, ਲੈਟ ਦਿਸ ਮਾਈਂਡ ਬੀ ਇਨ ਯੂ which was also in Jesus Christ। पढ़ दो पहला 5। जैसा मसीह यीशु का स्वभाव था वैसा ही तुम्हारा भी स्वभाव हो। Let the mind which was in Christ be in you। Why? क्यों होना चाहिए? अगला वर्ष पढ़ दो 6। जिसने परमेश्वर के स्वरूप में होकर भी परमेश्वर के तुल्य होने को अपने वश में रखने की वस्तु न समझा। इंग्लिश ही लिखा कि उन इंग्लिश पढ़ता तो मैं कि उन्हें क्या, who being in the form of God did not consider it robbery to be equal to God। उन्होंने क्या कि उन्होंने की क्या जो जमीन ते सीखे इको गल बार बार की उन्होंने, मैं किस वक्त आया कि पिता परमेश्वर की इच्छा पूरी करा। Whereas in Trinity what it says, God the Father, God the Son, God the Holy Spirit। Father is the Son, Son is the Spirit, Spirit is the Father, Father is the Son। They are all equal। पर सानू रस्ता दिखाने से उन्होंने की किया कि उन्होंने यह चीज का दिमाग सोचा नहीं जो इंसान सीगे कि मैं दसा कि मैं रब दे इक्वल हाँ। उन्होंने क्या, मैं अपनी रेपुटेशन बनाने वास्ते, मेरा अपना कोई एजेंडा नहीं है मेरा ध्यान दा, मैं किन्ना एजेंडा पूरा करना आया, पिता परमेश्वर का एजेंडा पूरा करना। नेक्स्ट पढ़ दो 7। वरन अपने आप को ऐसा शून्य कर दिया और दास का स्वरूप धारण किया और मनुष्य की समानता में हो गया। अपने आप को शून्य कर दिया। कहना बड़ा आसान है, शून्य करना करना बड़ा मुश्किल है। He brought himself to nothing। He made himself of no reputation। ਹੁਣ ਅੱਜ ਕੱਲ ਇਹਦਾ ਬੜਾ ਪੰਗਾ ਹੈਗਾ ਰੈਪੂਟੇਸ਼ਨ ਦਾ। ਜਦੋਂ ਕਿਸੇ ਦੀ ਮੀਟਿੰਗ 'ਚ 2 ਬੰਦੇ ਚੰਗੇ ਹੋ ਜਾਂਦੇ ਨੇ, ਉਹਦੀ ਰੈਪੂਟੇਸ਼ਨ 2 ਬੰਦਿਆਂ ਦੀ ਬਣ ਜਾਂਦੀ ਹੈ। ਕਿਉਂ? ਉਹ ਬੰਦੇ ਦੀ ਰੈਪੂਟੇਸ਼ਨ ਦੀ ਗੱਲ ਕਰਦਾ ਪਿਆ ਮੈਂ। ਅਗਲੀ ਵਾਰੀ 4 ਹੁੰਦੇ ਨੇ, ਉਹਦੀ 4 ਦੀ ਰੈਪੂਟੇਸ਼ਨ ਬਣ ਜਾਂਦੀ ਹੈ। ਜੇ ਅਗਲੀ ਮੀਟਿੰਗ ਕੋਈ ਵੀ ਚੰਗਾ ਨਾ ਹੋਵੇ ਤੇ ਉਹ ਤਾਂ ਕੰਮ ਖਰਾਬ ਹੋ ਜਾਂਦਾ ਉੱਥੇ। ਉਹ ਕਹਿੰਦੇ ਨੇ ਇਹ ਪਾਦਰੀ ਚੁਣ ਪਾਵਰ ਨਹੀਂ ਹੈਗੀ ਇਹਦੇ 'ਚ, ਇਹਦੀ ਤਾਕਤ ਨਹੀਂ ਹੈਗੀ। ਪਰ ਤਾਕਤ ਉਹਦੇ ਉਦੋਂ ਵੀ ਨਹੀਂ ਸੀ ਜਦੋਂ 2 ਚੰਗੇ ਹੋਏ ਜਾਂ ਜਦੋਂ 4 ਚੰਗੇ ਹੋਏ। ਉਹਨੇ ਤਾਂ ਪਰਮੇਸ਼ਵਰ ਦੀ ਆਪਣਾ ਤਾਕਤ ਉਹਦੇ ਜ਼ਰੀਏ ਇਸਤੇਮਾਲ ਹੋਈ। ਹੀ ਨੈਵਰ ਹੈਡ ਐਨੀ ਪਾਵਰ। ਬਹੁਤ ਸਾਰੇ ਲੋਕ ਮੈਨੂੰ ਆਪਣਾ ਕੀ ਕਹਿੰਦੇ ਨੇ ਐਗਜ਼ਾਮਪਲ ਦਿੰਦੇ ਨੇ, ਕਿਉਂਕਿ ਜੀ ਉਹ ਪਰਮੇਸ਼ਵਰ ਦੇ ਜਾਣੇ, ਪਰਮੇਸ਼ਵਰ ਨਾਲ ਬਹੁਤ ਸਮੇਂ ਬਿਤਾਉਂਦੇ ਨੇ, ਇਸ ਕਰਕੇ ਉਹਨਾਂ ਦੀ ਪਰਮੇਸ਼ਵਰ ਦੀ ਤਾਕਤ ਹੈ। ਬਿਲਕੁਲ ਝੂਠ ਹੈ। ਜਿੰਨਾ ਜ਼ਿਆਦਾ ਸਮੇਂ ਬਿਤਾਓਗੇ ਉਹਨਾਂ ਜ਼ਿਆਦਾ ਰੱਬ ਦੇ ਕਰੀਬ ਹੋਵੋਗੇ, ਸੱਚ ਹੈ। ਜਿੰਨੀ ਜ਼ਿਆਦਾ ਪ੍ਰਾਰਥਨਾ ਕਰੋਗੇ ਉਹਨਾਂ ਰੱਬ ਦੇ ਕਰੀਬ ਹੋਵੋਗੇ, ਸੱਚ ਹੈ। जिन्ना ज्यादा वचन पढ़ोगे उन्ना रब तो ज्यादा रेवलेशन देगा, प्रकाशन देगा, सच है। पर जो प्रभु यीशु मसीह ने कहा कि मैं पिता दी मर्जी दे बिना शून्य हैगा वां, तो इंसान किवें कह सकता कि मेरे कुछ हैगा? इंसान अपनी मर्जी दे बिना ता एक उंगल भी नहीं हिला सकता। जे फूक निकल गई तो भावें वो किसी दी निकली है, वो भावें किन्ना ही प्रार्थना करता होवे, किन्ना ही भावें वो अपना बाइबल पढ़ता होवे, जे फूक निकल गई तो उस पर उंगली नहीं ला सकता। हो खत्म, एंड ऑफ द स्टोरी। तो जे प्रभु यीशु मसीह ने क्या ऐस करके कदी भी अपनी रेपुटेशन नहीं बनानी चाहिए। रेपुटेशन बनाई बनाने दे पिता परमेश्वर की रेपुटेशन बनाओ, जेड़ा तुहाडे ते मेरे वर्गे बंदे नूं इस्तेमाल करना चाहता, जिंदे विच कोई अच्छी चीज नहीं है। देयर इज नथिंग गुड इन अस।
ਹੁਣ ਤੁਸੀਂ ਆਪਣਾ ਵਿਚਾਰ ਬਦਲੋ ਨਾ ਬਦਲੋ, ਤੁਹਾਡੀ ਮਰਜ਼ੀ ਹੈ, ਪਰ देयर इज नथिंग गुड इन अस। क्यों? क्योंकि दाऊद की कहता है, मेरी मां ने मैनू पाप विच पैदा किया। दिस इज आवर रियल ट्रुथ। परमेश्वर ने साडे नाल प्यार किया, दिस इज द सैकेंड रियल ट्रुथ। परमेश्वर ने साडे ते दया करके सानू अपने बेटे ते बेटियां बनाया, दिस इज द थर्ड रियल ट्रुथ। प्रभु यीशु मसीह ने एक दिन सानू लैन आना है ताकि ਅਸੀਂ ਹਮੇਸ਼ਾ ਵਾਸਤੇ ਉਹਨਾਂ ਦੇ ਨਾਲ ਜਿੱਥੇ ਉਹ ਹੈਗੇ ਨੇ ਉੱਥੇ ਹੋ ਜਾਈਏ। ਦਿਸ ਇਜ਼ ਦੀ ਫਾਈਨਲ ਟਰੁੱਥ। ਇਹਦੇ ਇਲਾਵਾ ਹੋਰ ਕੋਈ ਜੇ ਤੁਹਾਡੇ ਦਿਮਾਗ 'ਚ ਟਰੁੱਥ ਦੀ ਸਕੀਮ ਹੈਗੀ ਹੈ ਤੇ ਉਹ ਦਿਮਾਗ ਤੋਂ ਨਿਕਾਲ ਦਿਓ ਕਿ ਉਹ ਵਚਨ ਦੇ ਨਾਲ ਮੇਲ ਨਹੀਂ ਖਾਂਦੀ। ਤੇ ਜਿਹੜੀ ਵਚਨ ਦੇ ਨਾਲ ਮੇਲ ਨਹੀਂ ਖਾਂਦੀ ਉਹ ਕੀ ਹੈ? ਜਜਮੈਂਟ ਵਾਲੇ ਦਿਨ ਕੀ ਕਿਹਾ ਪਰਮੇਸ਼ਰ ਦੇ ਵਚਨ ਨੇ? ਤੁਹਾਡੇ ਕੰਮ ਜਲ ਜਾਣਗੇ ਉਹ ਵਾਲੇ, ਉਹ ਸੋਚਾ ਕਿਸੇ ਕੰਮ ਨਹੀਂ ਆਣਗੀਆਂ। ਜਦੋਂ ਲਾਰਡ ਜੀਸਸ ਨੇ ਕਿਹਾ ਕਿ ਮੈਂ ਆਪਣੀ ਕੋਈ ਰੈਪੂਟੇਸ਼ਨ ਬਣਾਉਣ ਨਹੀਂ ਆਇਆ, ਮੈਂ ਪਰਮੇਸ਼ਰ ਤੋਂ ਬਿਨਾਂ ਕੀ ਹਾਂ? ਨਥਿੰਗ ਹੈਗਾ ਵਾਂ, ਜ਼ੀਰੋ ਹੈਗਾ ਵਾਂ। ਤੇ ਜੇ ਆਪਾਂ ਕਹੀਏ ਕਿ ਮੈਂ ਪ੍ਰਾਰਥਨਾ ਕੀਤੀ ਸੀ ਤੇ ਫਲਾਣਾ ਭਰਾ ਚੰਗਾ ਹੋ ਗਿਆ, ਫਿਰ ਆਪਾਂ ਪਰਮੇਸ਼ਰ ਦੇ ਵਚਨ ਦੇ ਨਾਲ ਨਹੀਂ ਹੈਗੇ, ਵਚਨ ਤੋਂ ਦੂਰ ਹੋ ਜਾਂਦੇ ਹਾਂ ਅਸੀਂ। ਕਿਦੋਂ ਫਲਦਾਰ ਹੋਵਾਂਗੇ? ਪਰਮੇਸ਼ਵਰ ਨੇ ਜੇ ਦਾਖਲਤਾ ਦੀ ਗੱਲ ਕੀਤੀ ਹੈ, ਜਦੋਂ ਪੇੜ ਦੇ ਵਿੱਚ ਬਣੇ ਰਹੇਗੀ ਡਾਲੀ। ਪੇੜ ਵਿੱਚ ਕਿਵੇਂ ਬਣੀ ਰਹੇਗੀ? ਜਦੋਂ ਸਾਡੀਆਂ ਸੋਚਾਂ ਉਹਨਾਂ ਦੀ ਸੋਚਾਂ ਤਰ੍ਹਾਂ ਹੋਣਗੀਆਂ, ਸਾਡੇ ਕੰਮ ਉਹਨਾਂ ਦੇ ਕੰਮ ਵਰਗੇ ਹੋਣਗੇ। ਅੱਗੇ ਚੱਲਨੇ ਆਪਾਂ। ਕੀ ਹੈਗਾ? ਤੁਸੀਂ ਕਿਹੜਾ 7th ਪੜ੍ਹ ਲਿਆ? ਆਖਰੀ 7th ਪੜ੍ਹਿਆ। ਓਕੇ। ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਕੀ ਹੈਗਾ। ਆਪਾਂ ਨੂੰ ਹਮੇਸ਼ਾ ਇਹ ਸਾਰੀ ਗੱਲਾਂ ਜਦੋਂ ਆਪਾਂ ਸਮਝ ਆ ਜਾਂਦੇ ਆਪਾਂ ਨੂੰ, ਤੇ ਉਹ ਆਪਾਂ ਨੂੰ ਕਿਸ ਪਾਸੇ ਲੈ ਕੇ ਜਾਂਦੀਆਂ ਨੇ? ਉਹ ਸਾਨੂੰ ਹੰਬਲ ਬਣਾਉਂਦੀਆਂ ਨੇ, ਉਹ ਸਾਨੂੰ ਦੀਨ ਬਣਾਉਂਦੀਆਂ ਨੇ। ਅਸੀਂ ਕਿਸੇ ਚੀਜ਼ ਤੇ ਹੱਕ ਨਹੀਂ ਅਦਾ ਕਰ ਸਕਦੇ, ਅਸੀਂ ਸਿਰਫ ਹਰ ਚੀਜ਼ ਵਾਸਤੇ ਕੀ ਹੈ? ਸ਼ੁਕਰਾਨਾ ਕਰ ਸਕਦੇ ਹਾਂ। ਰੱਬ ਨੂੰ ਅਸੀਂ ਫੁੱਲਿਆ ਬਤਾਸੇ, ਚਦਰਾ, ਪੈਸੇ ਪੂਸੇ ਕੁਝ ਨਹੀਂ ਭੇਜ ਸਕਦੇ। ਅੱਜ ਤੱਕ ਦੁਆਨੀ ਵੀ ਉੱਪਰ ਨਹੀਂ ਗਈ, ਕਿਉਂਕਿ ਉਹ ਤਾਂ ਦੇਣ ਵਾਲਾ ਹੈਗਾ। ਹੀ ਇਜ਼ ਅ ਗਿਵਰ। ਆਪਾਂ ਥੈਂਕਸ ਗਿਵਿੰਗ ਦੀ ਗੱਲ ਸਮਝਾਂਗੇ। ਸਾਮ 40 14 ਤੇ 15 ਸੌਰੀ 50 14 ਐਂਡ 15 ਕੀ ਕਹਿੰਦਾ ਹੈਗਾ? Offer to God thanksgiving and pray your vows to the Most High. Call upon me in the day of trouble. I will. देखो दोबारा की कहता है? I will. मैं नहीं किया उन्होंने। Call upon me in the day of trouble and I will deliver you and you shall glorify me. Deliver करेंगे, उस तो बाद आप की करना है? हाँ जी मैंने तो पादरी सही करता नहीं। यू विल ग्लोरीफाई गॉड। पढ़ दो। परमेश्वर को धन्यवाद ही का बलिदान चढ़ा और परम प्रधान के लिए अपनी मन्नतें पूरी कर, और संकट के दिन मुझे पुकार, मैं तुझे छुड़ाऊंगा और तू मेरी महिमा करने पाएगा। संकट के दिन मैं तुझे शायद नहीं लिखा छुड़ाऊंगा, मैं तुझे छुड़ाऊंगा। क्यों छुड़ाऊंगा? उस तो बाद नेक्स्ट स्टेप तू की करेगा? तू मेरी महिमा करेगा, परमेश्वर की महिमा करेगा। ਇਹ ਜਿਹੜੇ ਗੱਲਾਂ ਹੈਗੀਆਂ ਨੇ ਇਹਨਾਂ ਆਪਾਂ ਨੂੰ ਆਪਣੇ ਅੰਦਰ ਆਪਣੀ ਆਤਮਾ ਚ ਪਾਣਾ ਚਾਹੀਦਾ ਹੈ। ਕਿਹਨੂੰ ਗਲੋਰੀਫਾਈ ਕਰਾਂਗਾ? ਪਰਮੇਸ਼ਵਰ ਨੂੰ। ਹੂ ਵਿਲ ਸਰਟਨ ਹੈਗਾ, ਪੱਕਾ ਹੈਗਾ। ਪਰਮੇਸ਼ਵਰ ਨੇ ਕਿਹਾ ਮੈਂ ਤੈਨੂੰ ਛੁਡਾਵਾਂਗਾ। ਕੋਈ ਇਫ ਜਾਂ ਬਟ ਨਹੀਂ ਹੈਗਾ। ਬਟ ਜਦੋਂ ਰੱਬ ਨੇ ਕਿਹਾ ਕਿ ਮੈਂ ਤੇਰਾ ਪੱਥਰ ਦਾ ਦਿਲ ਕੱਢ ਕੇ ਤੈਨੂੰ ਮਾਸ ਦਾ ਦਿਲ ਕਵਾਂਗਾ, ਉੱਥੇ ਕੀ ਰੱਬ ਨੇ ਲਿਖਿਆ? ਯੂ ਮੇ। ਕਿਉਂ? ਉਦੋਂ ਉਸ ਟਾਈਮ ਅਸੀਂ ਪ੍ਰੋਸੈਸ ਹੀ ਸ਼ੁਰੂ ਹੋਣਾ ਹੈ, ਪਛਤਾਵੇ ਜਾਣਾ ਹੈ, ਪ੍ਰਾਰਥਨਾ ਜਾਣਾ ਹੈ, ਪਰਮੇਸ਼ਵਰ ਦੀ ਗੱਲਾਂ ਸਮਝਣੀਆਂ ਨੇ, ਆਪਣੀ ਆਤਮਾ ਨੂੰ, ਆਪਣੀ ਖਾਹਿਸ਼ਾਂ ਨੂੰ ਮਾਰ ਕੇ ਪਰਮੇਸ਼ਵਰ ਜੋ ਸਾਡੇ ਤੋਂ ਚਾਹੁੰਦੇ ਨੇ ਉਹ ਕਰਨਾ ਹੈਗਾ। ਉਹਨਾਂ ਨੇ ਸਾਡਾ ਹੱਥ ਫੜ ਲੈਣਾ ਹੈ,
ਉਹ ਸਾਨੂੰ ਕਰਵਾਉਣ ਦੇਣਗੇ, ਪਰ ਅੱਗੇ ਅਸੀਂ ਵਧਾਣਾ ਹੈ ਕਿ ਪਿਤਾ ਜੀ ਮੇਰਾ ਹੱਥ ਫੜ ਕੇ ਮੇਰੀ ਮਦਦ ਕਰੋ ਕਿ ਮੈਂ ਕੰਮ ਕਰ ਸਕਾਂ। Amen. ਕਿ ਅਸੀਂ ਆਪਣੇ ਆਪ ਹੀ, ਜੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਕੁਛ ਨਹੀਂ ਕਰ ਸਕਦਾ, ਤੇ ਕਿਆ ਅਸੀਂ ਕਹਿ ਸਕਦੇ ਹਾਂ ਮੈਂ ਕੁਛ? ਕੋਈ ਇਨਸਾਨ ਕਹਿ ਸਕਦਾ ਹੈ ਕਿ ਉਹ ਕੁਛ ਕਰ ਸਕਦਾ ਹੈ? ਜਦੋਂ ਪ੍ਰਭੂ ਯਿਸੂ ਮਸੀਹ ਜਿਹੜੇ ਪਰਮੇਸ਼ਵਰ ਦਾ ਸਰੂਪ ਹੀ ਸੀਗੇ, ਉਹਨਾਂ ਨੇ ਕਿਹਾ ਸੀ ਮੈਂ ਕੁਛ ਨਹੀਂ ਕਰ ਸਕਦਾ। ਆਈ ਐਮ ਆਫ ਨੋ ਰੈਪੂਟੇਸ਼ਨ। ਆਪਾਂ ਚੱਲਾਂਗੇ ਲਾਸਟ ਬਟ ਵਨ ਵਿੱਚ, ਰੈਵਲੇਸ਼ਨ 22:7। ਕੀ ਕਿਹਾ ਉਹਨਾਂ ਨੇ? ਕਿ ਤੁਸੀਂ ਤਿਆਰ ਹੋ ਜਾਓ। ਹੁਣ ਆਪਾਂ ਦਾ ਟਾਈਮ ਹੈ ਤਿਆਰੀ ਕਰਨ ਦਾ, ਫਿਲਮ ਦੇਖਣ ਜਾਣ ਦਾ ਨਹੀਂ, ਸੰਸਾਰੀ ਗੱਲਾਂ ਦਾ ਨਹੀਂ। ਕਿੱਥੇ ਤਿਆਰੀ ਕਰਨੀ ਹੈ ਆਪਾਂ? ਹਾਂਜੀ, देख मैं शीघ्र आने वाला हूँ, धन्य है वह जो इस पुस्तक की भविष्यवाणी की बातें मानता है। Amen. धन्य है, दोबारा पढ़ दो। देख मैं शीघ्र आने वाला हूँ, जी अगे। धन्य है वह जो इस पुस्तक की भविष्यवाणी की बातें मानता है। हु इज द ब्लेसड? ਜਿਹੜਾ ਇਹ ਪੁਸਤਕ ਦੇ ਧਿਆਨ ਲਾਉਂਦਾ ਹੈ, ਜਿਹੜਾ ਇਸ ਪੁਸਤਕ ਨੂੰ ਪਰਮੇਸ਼ਵਰ ਦੇ ਹਿਸਾਬ ਨਾਲ ਸਮਝਦਾ ਹੈ, ਜਿਹੜਾ ਇਸ ਪੁਸਤਕ ਦੇ ਹਿਸਾਬ ਨਾਲ ਚੱਲਣਾ ਚਾਹੁੰਦਾ ਹੈ, ਉਹ ਕੀ ਹੋਏਗਾ? ਆਸ਼ੀਸ਼ਿਤ ਹੋਏਗਾ, ਬਲੈਸਡ ਹੋਏਗਾ। ਉਹੀ ਬੰਦਾ ਕੀ ਹੋਏਗਾ? ਅਨੋਇੰਟਡ ਹੋਏਗਾ, ਅਭਿਸ਼ੇਕਤ ਹੋਏਗਾ। ਉਹੀ ਬੰਦਾ ਕੀ ਹੋਏਗਾ? ਸੇਂਟ ਹੋਏਗਾ, ਪਰਮੇਸ਼ਵਰ ਦਾ ਬੁਲਾਇਆ ਹੋਇਆ ਹੋਏਗਾ। ਉਹੀ ਬੰਦਾ ਕੀ ਹੋਏਗਾ? ਪਰਮੇਸ਼ਵਰ ਦਾ ਜਨ ਹੋਏਗਾ, ਪਰਮੇਸ਼ਵਰ ਦੀ ਬੇਟੇ ਦੇ ਬੇਟੀ ਹੋਏਗਾ। ਦਿਸ ਇਜ਼ ਆਲ ਇਜ਼ ਅ ਬੰਡਲ ਫॉर ਯੂ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ, ਦਿਸ ਇਜ਼ ਆਲ ਇਨ ਵਨ। ਇਹ ਜਿੰਨੇ ਸਾਰੀ ਗੱਲਾਂ ਕੀਤੀਆਂ ਨੇ, ਸਾਰੀਆਂ ਤੁਹਾਡੇ ਤੇ ਮੇਰੇ ਜੀਵਨ ਵਿੱਚ ਤਾਂ ਫਿਰ ਕਾਮਯਾਬ ਹੋਣਗੀਆਂ। ਇੱਕ ਬੜਾ ਖੂਬਸੂਰਤ ਹੈਗਾ ਇਹਦਾ, ਹਾਂ ਇੱਕ ਕੋਈ ਹੋਰ ਚੱਲਾਂਗੇ, ਫਸਟ ਪੀਟਰ 1 ਦੇਖਾਂਗੇ। ਪਰਮੇਸ਼ਵਰ ਇੱਥੇ ਬੜੀ ਅਦਭੁਤ ਗੱਲ ਕਹੀ ਹੈਗੀ ਹੈ। ਪਹਿਲਾ ਪੀਟਰ 1:8 ਉਹ ਕਹਿੰਦਾ ਤੁਸੀਂ ਮੈਨੂੰ ਦੇਖਿਆ ਨਹੀਂ ਹੈ, ਤੇ ਤੁਸੀਂ ਮੈਨੂੰ ਕਹਿੰਦੇ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਹੋ, ਪਰ ਜਦੋਂ ਕਿ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਉਹਨਾਂ ਨਾਲ ਕੀ ਕਰਦੇ ਹੋ? ਹਾਂਜੀ, उससे तुम बिन देखे प्रेम रखते हो, किससे? परमेश्वर से। और अब तो उस पर बिन देखे भी विश्वास करके ऐसे आनंदित सिर्फ पहला की सीगा प्रेम रखते हो। सिर्फ प्रेम ही नहीं रखते, तुसी विश्वास भी रखते हो, ट्रस्ट भी रखते हो, उनदे ते बिलीव भी करते हो। हाँ जी, अब तो उस पर बिन देखे भी विश्वास करके ऐसे आनंदित और मगन होते हो जो वर्णन से बाहर और महिमा से भरा हुआ है, और अपने विश्वास का प्रतिफल अर्थात आत्माओं का उद्धार प्राप्त करते हो। इंग्लिश थोड़ा बेटर लिखे, मैं पढ़ देना एक सेकंड। वो कहता है दो यू हैव नॉट सीन हिम यू लव हिम। ਇੱਥੇ ਪਤਰਸ ਪਰਮੇਸ਼ਰ ਬਾਰੇ ਕਹਿ ਰਿਹਾ ਕਿ ਤੁਸੀਂ ਉਹਨੂੰ ਦੇਖਿਆ ਨਹੀਂ ਹੈ, ਪਰ ਤੁਸੀਂ ਉਹਦੇ ਨਾਲ ਪ੍ਰੇਮ ਕਰਦੇ ਹੋ। ਐਂਡ ਈਵਨ ਦੋ ਯੂ ਹੈਵ ਨਾਟ ਸੀਨ ਹਿਮ ਯੂ ਬਿਲੀਵ ਇਨ ਹਿਮ ਐਂਡ ਆਰ ਫਿਲਡ ਵਿਦ ਇਨਐਕਸਪ੍ਰੈਸਿਬਲ ਐਂਡ ਗਲੋਰੀਅਸ ਜੋਏ। ਜਦੋਂ ਤੁਸੀਂ ਪਰਮੇਸ਼ਵਰ ਦੀ ਗੱਲ ਦਿਮਾਗ 'ਚ ਤੁਹਾਡੇ ਆਉਂਦੀ ਹੈ, ਉਦੋਂ ਤੁਸੀਂ ਕੀ ਹੁੰਦਾ ਹੈ? ਤੁਸੀਂ ਅੰਦਰੋਂ ਖੁਸ਼ੀ ਨਾਲ ਭਰੇ ਜਾਂਦੇ ਹੋ। ਉਹ ਖੁਸ਼ੀ ਜਿਹੜੀ ਬਿਆਨ ਤੋਂ ਬਾਹਰ ਹੈਗੀ ਹੈ। ਜੇ ਇਸ ਤਰ੍ਹਾਂ ਹੈਗਾ ਤਾਂ ਕੀ ਹੈਗਾ? ਤੁਸੀਂ ਤੇ ਮੈਂ ਠੀਕ ਜਗ੍ਹਾ ਚੱਲ ਰਹੇ ਹਾਂ। ਜਿੰਨੀ ਮਰਜ਼ੀ ਤਾਂ ਉਮਰ ਹੈਗੀ ਹੈ ਤੁਹਾਡੀ, ਪਰ ਕੀ ਹੈ? ਹਰ ਉਮਰ 'ਚ ਅਸੀਂ ਇਸ ਤਰੱਕੀ ਨੂੰ ਪ੍ਰਾਪਤ ਕਰ ਸਕਦੇ ਹਾਂ। ਮਾਰਟਿਨ ਲੂਥਰ ਇੱਕ ਪਰਮੇਸ਼ਵਰ ਦਾ ਜਨ ਹੋਇਆ, ਉਹਨੇ ਕੀ ਕਿਹਾ ਸੀ? ਇਫ ਯੂ ਕੈਨਟ ਰਨ ਵਾਕ, ਇਫ ਯੂ ਕੈਨਟ ਵਾਕ ਕ੍ਰੋਲ, ਬਟ ਕੀਪ ਮੂਵਿੰਗ ਅਹੈਡ। ਜੇ ਤੁਹਾਡੀ ਉਮਰ ਜ਼ਿਆਦਾ ਹੈਗੀ ਹੈ, ਤੁਸੀਂ ਕਹੋ ਮੈਂ ਭੱਜ ਨਹੀਂ ਸਕਦਾ, ਤੇ ਚੱਲ ਤਾਂ ਸਕਦੇ ਹੋ। ਜੇ ਤੁਸੀਂ ਕਹੋ ਮੈਂ ਚੱਲ ਵੀ ਨਹੀਂ ਸਕਦਾ, ਤੇ ਘੜੀਸ ਤਾਂ ਸਕਦੇ ਹੋ, ਪਰ ਵੱਧਦੇ ਜਾਓ, ਪਰਮੇਸ਼ਵਰ ਵਿੱਚ ਵੱਧਦੇ ਰਹੋ।
ਪਰਮੇਸ਼ਵਰ ਦਾ ਵਚਨ ਪੜ੍ਹਨ ਵਾਸਤੇ ਕਿਸੇ ਉਮਰ ਦੀ ਲੋੜ ਨਹੀਂ ਹੈਗੀ, ਕਿਸੇ ਤਾਕਤ ਦੀ ਲੋੜ ਨਹੀਂ ਹੈ, ਕਿਉਂਕਿ ਤਾਕਤ ਦੇਣ ਵਾਲਾ ਕੌਣ ਹੈ? ਪਿਤਾ ਪਰਮੇਸ਼ਵਰ ਹੈਗੇ ਨੇ। ਉਹ ਤੁਹਾਨੂੰ ਤਾਕਤ ਦੇਣਗੇ, ਉਹ ਤੁਹਾਨੂੰ ਖੜਿਆ ਕਰਨਗੇ। ਕਿਆ ਤੁਸੀਂ ਤੁਹਾਡੇ ਜੀਵਨ ਇਹ ਤਜਰਬੇ ਹੈਗੇ ਨੇ? ਕਿਆ ਤੁਸੀਂ ਆਪਣੀ ਆਤਮਾ ਦੇ ਜ਼ਰੀਏ, ਆਪਣੀ ਮਨ ਦੀ ਅੱਖਾਂ ਦੇ ਜ਼ਰੀਏ ਪਰਮੇਸ਼ਵਰ ਨੂੰ ਦੇਖਿਆ? ਮੈਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਸੁਪਨੇ ਵਿੱਚ ਦੇਖਦੇ ਨੇ ਕਿ ਉਹਨਾਂ ਪ੍ਰਭੂ ਯਿਸੂ ਮਸੀਹ ਨਾਲ ਸੈਰ ਕਰਦੇ ਪਏ ਨੇ ਗਾਰਡਨ ਵਿੱਚ, ਉਹਨਾਂ ਨੇ ਉਹਨਾਂ ਦੇ ਚਿਹਰੇ ਹੱਥ ਰੱਖਿਆ ਹੋਇਆ ਕੰਧੇ ਤੇ। ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਕਿਉਂਕਿ ਕੱਲ ਅਸੀਂ ਕਿਵੇਂ ਦੇਖਿਆ ਸੀ ਜੌਨ ਨੂੰ, ਜਿਹੜਾ 3.5 ਸਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਰਿਹਾ। ਉਹਨੇ ਕੀ ਕਿਹਾ ਕਿ ਮੈਂ ਉਹਦੇ ਕਦਮਾਂ ਵਿੱਚ ਮੁਰਦਾ ਜਿਹਾ ਗਿਰ ਗਿਆ। ਇਹ ਉਹਨਾਂ ਦੇ ਜਲਾਲ ਹੈਗਾ। ਤੇ ਅਸੀਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਸੁਪਨਿਆਂ ਵਿੱਚ ਨਹੀਂ ਦੇਖ ਸਕਦੇ, ਕਿਉਂਕਿ ਪਰਮੇਸ਼ਵਰ ਦਾ ਕੋਈ ਰੂਪ ਨਹੀਂ ਹੈ। ਅਸੀਂ ਆਪਣੀ ਆਤਮਾ 'ਚ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ। ਅਸੀਂ ਆਪਣੇ ਮਨ ਦੀ ਅੱਖਾਂ ਨਾਲ ਉਹਨਾਂ ਨੂੰ ਦੇਖ ਸਕਦੇ ਹਾਂ। ਆਪਣੇ ਮਨ ਦੇ ਕੰਨਾਂ ਨਾਲ ਉਹਨਾਂ ਦੀ ਆਵਾਜ਼ ਸੁਣ ਸਕਦੇ ਹਾਂ। ਇਸ ਕਰਕੇ ਅੱਜ ਦਾ ਦਿਨ ਹੈਗਾ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ। ਆਪਾਂ ਆਪਣੇ ਜ਼ਹਿਨ ਵਿੱਚ, ਆਪਣੀ ਸੋਚਾਂ ਵਿੱਚ ਪ੍ਰਭੂ ਯਿਸੂ ਮਸੀਹ ਦਾ ਜੀਵਨ ਦੇ ਬਾਰੇ ਰੋਜ਼ ਸੋਚਿਆ ਕਰੀਏ ਕਿ ਉਹਨਾਂ ਨੇ ਜਿਹੜਾ 3 ਸਾਲ 3.5 ਸਾਲ ਦਾ ਜੀਵਨ ਜੀਆ ਇਸ ਪ੍ਰਿਥਵੀ ਤੇ, ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਚਾਲ ਚਲਨ ਸੀ, ਕੀ ਉਹਨਾਂ ਨੇ ਗੱਲਾਂ ਕੀਤੀਆਂ, ਕੀ ਉਹਨਾਂ ਨੇ ਸਾਨੂੰ ਦੱਸਿਆ। ਜੇ ਆਪਾਂ ਸਾਰੀ ਗੱਲਾਂ ਦਾ ਬੰਥਨ ਕਰਨੇ ਆ, ਆਪਣੇ ਦਿਮਾਗ ਹੀ ਰੋਜ਼ ਸੋਚਦੇ ਆ, ਫਿਰ ਕੀ ਹੋਏਗਾ? ਪਰਮੇਸ਼ਵਰ ਆਪਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਗਾ। ਇੱਕ ਇੰਗਲਿਸ਼ ਸੌਂਗ ਦੀ ਲਾਈਨ ਤੁਹਾਨੂੰ ਮੈਂ ਦੱਸ ਦਿੰਦਾ। ਉਹ ਕਹਿੰਦਾ ਹੈ, when he was on the cross, ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਤੇ ਸੀਗੇ, I was on his mind। ਤੁਸੀਂ ਆਪਣਾ ਆਈ ਦੀ ਥਾਂ ਤੇ ਆਪਣਾ ਨਾਮ ਲਗਾ ਸਕਦੇ ਹੋ। ਕਿਆ ਤੁਸੀਂ ਆਪਣੇ ਦਿਮਾਗ ਵਿੱਚ ਇਸ ਚੀਜ਼ ਨੂੰ ਅਨੁਭਵ ਕਰ ਸਕਦੇ ਹੋ, ਸੋਚ ਸਕਦੇ ਹੋ that when he was on the cross, I was on his mind, you were on his mind if you are child of God। ਇਜ਼ਾਇਆ ਆਖਰੀ ਪੜ੍ਹ ਦਿਓ 37 ਦਾ 31। ਉਹ ਕਹਿੰਦਾ once more a remnant of king of Judah will take root below and bear the fruit above। यहूदा के घराने के बचे हुए लोग फिर जड़ पकड़ेंगे और फूले फलेंगे। इंग्लिश बहुत अच्छा लिखा है। यहू ਅਸੀਂ ਵੀ ਪਰਮੇਸ਼ਵਰ ਦੇ ਉਸ ਲੋਕਾਂ ਦੇ ਵਿੱਚ ਆਪਾਂ ਨਾਮ ਆਂਦਾ। ਉਹ ਕਹਿੰਦਾ ਇਫ ਆਵਰ ਰੂਟਸ ਆਰ ਸਟਰੋਂਗ ਬਿਲੋ ਮਤਲਬ ਜੇ ਸਾਡੇ ਅੰਤਰ ਆਤਮਾ ਸਾਡੀ ਸਪਿਰਿਟ ਵਿੱਚ, ਸਾਡੇ ਮਨ ਵਿੱਚ ਪਰਮੇਸ਼ਵਰ ਦੀ ਗੱਲਾਂ ਸਮਾਈਆਂ ਹੋਈਆਂ ਨੇ, ਫਿਰ ਕੀ ਹੋਏਗਾ? ਸਾਡੇ ਫਰੂਟ ਲੋਕਾਂ ਨਜ਼ਰ ਆਣਗੇ। ਦੇ ਵਿਲ ਬੀ ਆਊਟ। if something is inwardly happening in me, it will show outward। ਆਪਾਂ ਨੂੰ ਉਹਨੂੰ ਦਿਖਾਉਣ ਦੀ ਲੋੜ ਨਹੀਂ ਪੈਗੀ, ਕੋਸ਼ਿਸ਼ ਨਹੀਂ ਕਰਨ ਦੀ ਲੋੜ ਪੈਗੀ ਕਿ ਲੋਕੀ ਮੇਰਾ ਫਲ ਦੇਖ ਸਕਣ, ਬਟ ਦੇ ਵਿਲ ਸੀ। ਉਹਦੇ ਵਾਸਤੇ ਕੀ ਹੈ? ਆਵਰ ਰੂਟ ਸ਼ੁੱਡ ਬੀ ਸਟਰੋਂਗ ਇਨਸਾਈਡ। ਜਿਵੇਂ ਕਿਹੜਾ ਪੇੜ ਜਿਹੜਾ ਹੈਗਾ ਉਹ ਆਪਣਾ ਤੂਫਾਨ ਦਾ ਸਾਹਮਣਾ ਕਰਦਾ ਹੈ, ਜਿੰਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ। ਜੇ ਸਾਡੀਆਂ ਜੜ੍ਹਾਂ ਵੀ, ਸਾਡੀਆਂ ਸੋਚਾਂ, ਸਾਡੇ ਖਿਆਲ ਜਿਹੜੇ ਹੈਗੇ ਨੇ ਉਹ ਪਰਮੇਸ਼ਵਰ ਦੇ ਵਿੱਚ ਮਜ਼ਬੂਤ ਹੋਣਗੇ, ਫਿਰ ਸਾਨੂੰ ਕੋਈ ਤੂਫਾਨ ਨਹੀਂ ਹਿਲਾ ਸਕਦਾ। ਫਿਰ ਅਸੀਂ ਉਸ ਪੇੜ ਜਿਵੇਂ ਫਲਦਾਰ ਹੁੰਦਾ, ਵੀ ਵਿਲ ਬੀ ਫਰੂਟਫੁਲ ਫਾਰ ਹੋਮ। ਕਿੰਨੇ ਵਾਸਤੇ ਫਲਦਾਰ ਹੋਵਾਂਗੇ? ਪਰਮੇਸ਼ਵਰ ਦੀ ਬਾਦਸ਼ਾਹਤ ਵਾਸਤੇ ਫਲਦਾਰ ਹੋਵਾਂਗੇ, ਪਿਤਾ ਪਰਮੇਸ਼ਵਰ ਵਾਸਤੇ ਫਲਦਾਰ ਹੋਵਾਂਗੇ। ਮੇਰਾ ਵਿਸ਼ਵਾਸ ਹੈ ਕਿ ਅੱਜ ਦੇ ਪ੍ਰਚਾਰ ਦੇ ਨਾਲ
ਸਾਨੂੰ ਸਾਰਿਆਂ ਨੂੰ ਬੜੀ ਅਸ਼ੀਸ਼ ਮਿਲੀ ਹੈ। ਹੁਣ ਆਪਾਂ ਪ੍ਰਾਰਥਨਾ ਜਾਵਾਂਗੇ, ਤੁਸੀਂ ਪ੍ਰਾਰਥਨਾ ਕਰਦੇ ਹੋ। ਥੈਂਕ ਯੂ ਫਾਦਰ। ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਹੈ ਮੇਰੇ ਪਿਤਾ ਪਰਮੇਸ਼ਵਰ, ਤੁਹਾਡੀ ਹਜ਼ੂਰੀ ਚਾਹੇ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ, ਤੁਹਾਡੇ ਇਸ ਵਚਨ ਵਾਸਤੇ, ਅੱਜ ਦੇ ਵਚਨ ਵਾਸਤੇ ਜੋ ਤੁਸੀਂ ਸਾਡੇ ਕੋਲ ਭੇਜਿਆ ਖੁਦਾਵੰਦ। हे ਪ੍ਰਭੂ ਯੀਸ਼ੂ, ਜੀਵਨ ਦੀ ਰੋਟੀ ਤੁਸੀਂ ਸਾਡੇ ਨਾਲ ਹੋ, ਔਰ ਤੁਸੀਂ ਅੱਜ ਦਾ ਮੰਨਾ ਜੋ ਜੀਵਨ ਸਾਡੀ ਆਤਮਾ ਵਾਸਤੇ ਭੇਜਿਆ ਕਿ ਕਿਸ ਤਰ੍ਹਾਂ ਤੁਹਾਡੇ ਵਿੱਚ ਗਰੋ ਕਰਨਾ ਹੈ, ਕਿਉਂਕਿ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਦੀ ਅਸੀਂ ਮਹਿਮਾ ਦੇ ਕਾਰਨ ਜਗਤ ਵਿੱਚ ਭੇਜੇ ਗਏ, ਔਰ ਪਰਮੇਸ਼ਵਰ ਦੀ ਮਹਿਮਾ ਇਸੇ ਵਿੱਚ ਹੁੰਦੀ ਹੈ ਕਿ ਅਸੀਂ ਬਹੁਤ ਸਾਰਾ ਫਲ ਲੈ ਕੇ ਆਈਏ ਔਰ ਸਾਡਾ ਫਲ ਬਣਿਆ ਰਹੇ। ਪਿਤਾ ਪਰਮੇਸ਼ਵਰ, ਆਪਣੇ ਆਪ ਨੂੰ ਦੀਨ ਕਰਦੇ ਆ ਵਿੱਚ ਤੁਸੀਂ ਸਮਰਥ ਬਣੋ ਲਾਰਡ। ਤੁਸੀਂ ਸਾਡੀ ਹਰ ਕਮੀ ਕਮਜ਼ੋਰੀ ਨੂੰ ਜਾਣਦੇ, ਅਸੀਂ ਇਕਰਾਰ ਕਰਦੇ ਹਾਂ ਅਸੀਂ ਕਮਜ਼ੋਰ ਹਾਂ, ਇਸ ਲਈ ਦੀਨ ਕਰਦੇ ਹਾਂ ਕਿ ਪਵਿੱਤਰ ਆਤਮਾ ਜੀ ਸਾਨੂੰ ਤੁਹਾਡੀ ਜ਼ਰੂਰਤ ਹੈ। ਅਸੀਂ ਆਪਣਾ ਹੱਥ ਵਧਾਉਂਦੇ ਹਾਂ ਕਿ ਤੁਸੀਂ ਸਾਨੂੰ ਸਾਡਾ ਹੱਥ ਫੜ ਕੇ ਅੱਗੇ ਚਲਾਓ, ਆਪਣੇ ਬਾਦਸ਼ਾਹਤ ਵਿੱਚ ਯੂਜ਼ ਕਰੋ, ਅਸੀਂ ਤੁਹਾਡੀ ਮਹਿਮਾ ਦਾ ਕਾਰਨ ਬਣੀਏ। ਥੈਂਕ ਯੂ ਫਾਦਰ। ਤੁਸੀਂ ਕਿਆ ਮੰਗੋਗੇ ਤਾਂ ਮਿਲੇਗਾ ਫਾਦਰ, ਤੁਹਾਡੇ ਕੋਲੋਂ ਮੰਗਦੇ ਹਾਂ ਆਪਣੇ ਗੂੜੇ ਭੇਦ ਸਾਡੇ ਤੇ ਜੋ ਤੁਸੀਂ ਪ੍ਰਗਟ ਕਰਦੇ ਹੋ ਉਹਨਾਂ ਨੂੰ ਅਸੀਂ ਗ੍ਰਹਿਣ ਕਰਨ ਦੇ ਯੋग्य ठहरिए खुदाबंद। और फादर, जिन्ने लोग इस टाइम ते ਜਿਹੜੀ ਆਸ ਨਾਲ ਲਾਏ ਆ ਲਾਰਡ, ਜਿਨ੍ਹਾਂ ਵਾਸਤੇ ਅਸੀਂ ਰੋਜ਼ ਪ੍ਰਾਰਥਨਾਵਾਂ ਕਰਦੇ ਆ, ਬ੍ਰਦਰ ਦਵਿੰਦਰ ਹੈ, ਸਿਸਟਰ ਸੋਨੀਆ ਹੋਰ ਹੈ ਫਾਦਰ, ਜਿਨ੍ਹਾਂ ਨੇ ਜੌਬਸ ਚਾਹੀਦੀਆਂ ਹੈਗੀਆਂ, ਜਿਨ੍ਹਾਂ ਨੂੰ ਫੈਮਿਲੀ ਦੇ ਬੱਚੇ ਵਾਸਤੇ, ਹਸਬੈਂਡ ਵਾਸਤੇ, ਜਿਨ੍ਹਾਂ ਨੇ ਵੀ ਪ੍ਰਾਰਥਨਾਵਾਂ ਭੇਜੀਆਂ ਖੁਦਾਵੰਦ, ਪਾਸਟਰ ਜਿਨ੍ਹਾਂ ਦਾ ਹੈਗਾ ਕਲੌਟਸ ਹੈਗੇ ਸਾਇਰਾ ਦੇ, ਜਿਨ੍ਹਾਂ ਦੇ ਕਲੌਟਸ ਹੈਗੇ ਉਹਨਾਂ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਉਂਦੇ ਆ। ਸਿਸਟਰ ਕਰਮਜੀਤ ਮਾਹੀ ਆਂਟੀ ਹੈ ਫਾਦਰ, ਜਿਨ੍ਹਾਂ ਨੇ ਆਪਣੀ ਸਾਰੀਆਂ ਅਰਜ਼ੋਈਆਂ ਖੁਦਾਵੰਦ ਤੁਹਾਡੇ ਅੱਗੇ ਰੱਖੀਆਂ, ਕਿਉਂਕਿ ਤੁਸੀਂ ਕਿਹਾ ਸੰਕਟ ਕੇ ਸਮੇਂ ਤੂੰ ਮੁਝੇ ਪੁਕਾਰ, ਮੈਂ ਤੁਝੇ ਛੁਡਾਊਂਗਾ, ਤੂੰ ਮੇਰੀ ਮਹਿਮਾ ਕਰਨੇ ਪਾਏਗਾ। ਤੁਸੀਂ ਅੱਜ ਵਚਨ ਭੇਜਿਆ, ਤੁਹਾਡਾ ਧੰਨਵਾਦ ਕਰਦੇ ਹਾਂ ਫਾਦਰ। ਸਿਸਟਰ ਇਰਮ ਵਾਸਤੇ, ਜਿਨ੍ਹਾਂ ਦਾ ਫਾਦਰ ਤੁਹਾਡੇ ਦੁਹਾਈ ਦਿੱਤੀ ਸੀ ਔਰ ਤੁਸੀਂ ਉਹਨਾਂ ਦੇ ਕੈਂਸਰ ਦੇ ਆਪਰੇਸ਼ਨ ਨੂੰ ਠੀਕ ਕੀਤਾ, ਧੰਨਵਾਦ ਕਰਦੇ ਹਾਂ ਫਾਦਰ। ਹੁਣ ਦੁਬਾਰਾ ਫਿਰ ਪ੍ਰੇਅਰ ਰਿਕੁਐਸਟ ਆਈ ਹੈ, ਅਸੀਂ ਨਹੀਂ ਜਾਣਦੇ ਪਰ ਤੁਸੀਂ ਉਹਨਾਂ ਦੇ ਨਜ਼ਦੀਕ ਹੋ ਲਾਰਡ। ਇੱਕ ਜਾਨੇ ਵਾਸਤੇ ਮਿੰਨਤ ਕਰਦੇ ਹਾਂ ਲਾਰਡ ਜੀਸਸ ਓ ਗॉड, ਤੁਸੀਂ ਉਹਨਾਂ ਦੇ ਨਾਲ 1-on-1 ਗੱਲ ਕਰੋ, ਟੱਚ them and heal them in the name of Lord Jesus oh God। ਔਰ ਸਾਰਿਆਂ ਦਾ ਵਿਸ਼ਵਾਸ ਆਪਣੇ ਤੇ ਵਧਾਓ, ਸਾਰੇ ਖੁਦਾਵੰਦ ਤੁਹਾਡੇ ਵੱਲ ਨਜ਼ਰਾਂ ਦੇਖਣ ਤਾਂ ਕਿ ਪਤਰਸ ਦੀ ਤਰ੍ਹਾਂ ਪਾਣੀ ਦੇ ਉੱਪਰ, ਇਹਨਾਂ ਤੂਫਾਨ ਦੇ ਉੱਪਰ ਚੱਲਣ ਵਾਲੇ ਬਣਨ, ਔਰ ਖੁਦਾਵੰਦ ਹਰ ਮੁਸੀਬਤ 'ਚ ਉਹ ਜੈਵੰਤ, ਤੁਹਾਡੇ ਨਾਮ 'ਚ ਜੈਵੰਤ ਬਣਨ ਖੁਦਾਵੰਦ। ਤੁਸੀਂ ਉਹਨਾਂ ਨੂੰ ਜਿੱਤ ਦਿੱਤੀ, ਸਾਨੂੰ ਸਾਰਿਆਂ ਨੂੰ ਆਪਣੇ ਨਾਮ 'ਚ ਜੇਤੂ ਕਰਾਰ ਕੀਤਾ। ਸਾਡੀ ਮਦਦ ਕਰੋ ਕਿ ਨਿਗਾਹਾਂ ਤੁਹਾਡੇ ਤੇ ਰਹਿਣ, ਅਸੀਂ ਤੁਹਾਡੇ ਨਾਮ ਦੀ ਮਹਿਮਾ ਦਾ ਕਾਰਨ ਬਣੀਏ। ਸਭ ਦੇ ਵਾਸਤੇ ਜਿਹੜੀ ਇੱਛਾ ਨਾਲ ਆਇਆ, ਫਿਜ਼ੀਕਲ ਹੀਲਿੰਗ, ਸਪਿਰਿਚੁਅਲ ਹੀਲਿੰਗ, ਹਰ ਇੱਕ ਦੀ ਹਰ ਜ਼ਰੂਰਤ ਨੂੰ ਪੂਰਿਆ ਕਰੋ ਖੁਦਾਵੰਦ, ਔਰ ਮਦਦ ਕਰੋ ਖੁਦਾਵੰਦ। ਸਾਨੂੰ ਸਾਰਿਆਂ ਨੂੰ ਦੇਣ ਵਾਲਾ ਆਤਮਾ ਦਿਓ ਕਿ ਅਸੀਂ ਹਰ ਕੋਈ ਇੱਕ ਦੂਸਰੇ ਨੂੰ ਜਿਸ ਯੋग्य ਤੁਸੀਂ ਠਹਿਰਾਇਆ ਹੈ, ਜਿਸ ਪਰਪਸ ਦੇ ਸਾਡੇ ਕੋਲ ਭੇਜ ਰਹੇ ਹੋ, ਉਹ ਤੁਹਾਡੀ ਇੱਛਾ ਨੂੰ ਅਸੀਂ ਪੂਰਾ ਕਰ ਸਕੀਏ, ਤੁਹਾਡੀ ਇੱਛਾ ਨੂੰ ਪੂਰਾ ਕਰਨਾ ਸਾਡੇ ਜੀਵਨ ਦੀ ਰੋਟੀ ਬਣੇ। ਥੈਂਕ ਯੂ ਫਾਦਰ। ਹਰ ਚੀਜ਼ ਤੁਹਾਡੇ ਨਾਮ ਨੂੰ ਮਹਿਮਾ ਮਿਲੇ, ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ।